सारा मकसद प्रार्थना करना तेरे नाम मकसद हो दुआ करना, मेरा मकसद हो भला करना, मेरा मकसद हो प्रेम करना, ऐ पाक रूह, 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 मुझे छू, हाँ मुझे छू, मुझे छू, हाँ मुझे छू, सब जन पुकारिए प्रार्थना करिए प्रभु छुए पाक रूह, पाक रूह, पाक रूह, अपने बेटे बेटियां परमेश्वर इस समय परमेश्वर देख रहे हैं मैं प्रार्थना करती हूँ तेरा पाक यस आराधना करते आराधना देंगे उनको परमेश्वर तेरी हर बात में तू ही हो, हर एक गाने मेरे दिन रात में तू ही हो, मेरी हर बात में तू ही हो, मेरी दिन रात में तू ही हो, तेरी हर बात में तू ही हो, मेरे दिन रात में तू ही हो, मेरी हर बात में तू ही हो, मेरे दिन रात में तू ही हो, मेरे जज्बात में तू ही हो, हर मुलाकात में तू ही हो, ऐ पाक रूह, तेरी रहमत से मैं जिंदा हूँ, तेरी रहमत से मैं चलता हूँ, तेरी रहमत से मैं जिंदा हूँ, तेरी रहमत से मैं चलता हूँ, तेरी रहमत से मैं जिंदा हूँ, तेरी रहमत से मैं चलता हूँ, तेरी रहमत से मैं गाता हूँ,
तेरी रहमत से मैं जीता हूँ, मैं पागल प्रभु इस समय ਦੇ ਲਈ ਪਿਤਾ ਪਰਮੇਸ਼ਰ ਤੁਸੀਂ ਸਾਡੀ ਲਾਈਫ 'ਚ ਦਿੱਤਾ ਤੁਹਾਡੇ ਨਾਮ ਨੂੰ ਮਹਿਮਾ ਦਿੰਦੇ ਆ ਪਿਤਾ ਜਿੰਨੇ ਤੁਹਾਡੇ ਬੇਟੇ ਬੇਟੀਆਂ ਦੇਖ ਰਹੇ ਨੇ ਪ੍ਰਭੂ ਇੱਕ ਇੱਕ ਦੇ ਉੱਪਰ ਪ੍ਰਭੂ ਤੁਹਾਡਾ ਆਤਮਾ ਠਹਿਰ ਜਾਏ ਪ੍ਰਭੂ ਜੀ ਪਿਤਾ ਤੁਹਾਡੇ ਵਚਨਾਂ ਦੇ ਵਿੱਚੋਂ ਪ੍ਰਭੂ ਅਸੀਂ ਸਿੱਖ ਸਕੀਏ ਔਰ ਪ੍ਰਭੂ ਜੋ ਤੁਸੀਂ ਮੈਨੂੰ ਸਿਖਾਇਆ ਪ੍ਰਭੂ ਪਿਤਾ ਮੈਂ ਇਹਨਾਂ ਬੇਟੇ ਬੇਟੀਆਂ ਦੇ ਨਾਲ ਪ੍ਰਭੂ ਸਾਂਝਾ ਕਰ ਸਕਾਂ ਔਰ ਤੁਹਾਡਾ ਪਵਿੱਤਰ ਆਤਮਾ ਪ੍ਰਭੂ ਇਹਨਾਂ ਨੂੰ ਸਮਝਣ ਦੇ ਵਿੱਚ ਸਿੱਖਣ ਦੇ ਵਿੱਚ ਔਰ ਉਸ ਵਚਨਾਂ ਦੇ ਉੱਪਰ ਚੱਲਣ ਦੇ ਵਿੱਚ ਮਦਦ ਕਰੇ ਦਇਆ ਕਰੋ ਪ੍ਰਭੂ ਸਾਡੀ ਪ੍ਰਾਰਥਨਾ ਨੂੰ ਸੁਣੋ ਯੀਸ਼ੂ ਮਸੀਹ ਦੇ ਨਾਮ 'ਚ ਮੰਗਦੇ ਹਾਂ ਆਮੇਨ ਆਮੇਨ ਹਾਲੇਲੂਇਆ ਗॉड ਬlesਸ ਯੂ ਪ੍ਰਭੂ ਤੁਹਾਨੂੰ ਸਾਰਿਆਂ ਨੂੰ ਬਰਕਤ ਦੇਵੇ ਆਵਾਜ਼ ਆ ਰਹੀ ਹੈ ਸਾਰਿਆਂ ਨੂੰ ਮੇਰੀ ਥੈਂਕ ਯੂ ਜੀਸਸ ਹਾਲੇਲੂਇਆ ਥੈਂਕ ਯੂ ਲਾਰਡ ਪ੍ਰਭੂ ਤੁਹਾਨੂੰ ਸਾਰਿਆਂ ਨੂੰ ਬਹੁਤ ਬlesਸ ਕਰੇ ਔਰ ਪ੍ਰਭੂ ਦੀ ਦਇਆ ਦੇ ਨਾਲ ਅੱਜ 3rd ਫਾਸਟ ਕੰਪਲੀਟ ਕਰ ਚੁੱਕੇ ਹਾਂ ਹਾਲੇਲੂਇਆ ਪ੍ਰਭੂ ਦੀ ਦਇਆ ਦੇ ਨਾਲ ਅੱਜ 3rd ਫਾਸਟ ਜਿਹੜਾ ਆ ਆਲਮੋਸਟ ਪ੍ਰਭੂ ਦੀ ਦਇਆ ਦੇ ਨਾਲ ਕੰਪਲੀਟ ਕਰ ਚੁੱਕੇ ਹਾਂ ਔਰ ਜਿੰਨਿਆਂ ਨੇ ਤੁਸੀਂ ਮੇਰੇ ਨਾਲ ਅੱਜ ਦਾ ਤੀਸਰਾ ਜਿਹੜਾ ਫਾਸਟ ਆ ਤੀਸਰਾ ਸਟੈਪ ਹੈ ਜਿਹੜਾ ਪੌੜੀ ਦਾ ਉਹ ਚੜ ਚੁੱਕੇ ਹੋ ਪ੍ਰਭੂ ਤੁਹਾਨੂੰ ਬlesਸ ਕਰੇ ਆਮੇਨ ਹਾਲੇਲੂਇਆ ਔਰ ਜਦੋਂ ਹੁਣ ਅਸੀਂ ਪ੍ਰਾਰਥਨਾ ਕਰ ਰਹੇ ਸੀ ਮੈਂ ਪ੍ਰਾਰਥਨਾ ਦੇ ਵਿੱਚ ਇੱਕ ਵਿਜ਼ਨ ਦੇਖ ਰਹੀ ਸੀ ਪ੍ਰਭੂ ਮੈਨੂੰ ਇੱਕ ਦਰਸ਼ਨ ਦੇ ਰਹੇ ਸੀ ਉਹ ਦਰਸ਼ਨ ਮੈਂ ਤੁਹਾਡੇ ਨਾਲ ਬਹੁਤ ਜਲਦ ਸਾਂਝਾ ਕਰਾਂਗੀ ਔਰ ਉਸ ਤੋਂ ਪਹਿਲਾਂ ਅਸੀਂ ਜੋ ਸਿੱਖ ਰਹੇ ਹਾਂ ਫਸਟ ਡੇ ਮੈਂ ਤੁਹਾਨੂੰ ਸਿਖਾ ਰਹੀ ਸੀ ਪ੍ਰਭੂ ਦੇ ਵਚਨ ਦੇ ਵਿੱਚੋਂ ਫਸਟ ਡੇ ਅਸੀਂ ਪ੍ਰਭੂ ਦੇ ਵਚਨ ਦੇ ਵਿੱਚੋਂ ਸਿੱਖਿਆ ਕਿ ਇਹਨਾਂ ਦੁਸ਼ਟ ਆਤਮਾਵਾਂ ਨੂੰ ਇਹਨਾਂ ਕਰਸ ਦੇ ਨਾਲ ਇਹਨਾਂ ਇਹੋ ਜਿਹੀਆਂ ਜਿਹੜੀਆਂ ਜਾਤੀਆਂ ਨੇ ਉਹਨਾਂ ਦੇ ਨਾਲ ਲੜਨ ਵਾਸਤੇ ਸਾਨੂੰ ਵਰਤ ਪ੍ਰਾਰਥਨਾ ਕਰਨ ਦੀ ਲੋੜ ਹੈ ਪ੍ਰਭੂ ਯੀਸ਼ੂ ਮਸੀਹ ਨੇ ਆਪਣੇ ਚੇਲਿਆਂ ਨੂੰ ਕਿਹਾ ਹਾਲੇਲੂਇਆ ਪ੍ਰਭੂ ਯੀਸ਼ੂ ਮਸੀਹ ਨੇ ਆਪਣੇ ਚੇਲਿਆਂ ਨੂੰ ਕਿਹਾ ਇਹੋ ਜਿਹੀਆਂ ਦੁਸ਼ਟ ਆਤਮਾਵਾਂ ਨੂੰ ਕੱਢਣ ਦੇ ਲਈ ਇਹੋ ਜਿਹੇ ਬ੍ਰੇਕ ਥਰੂ ਕਰਨ ਦੇ ਲਈ ਤੁਹਾਨੂੰ ਵਰਤ ਪ੍ਰਾਰਥਨਾ ਕਰਨ ਦੀ ਲੋੜ ਹੈ ਕਿਉਂਕਿ ਇਹ ਚੀਜ਼ਾਂ ਵਰਤ ਪ੍ਰਾਰਥਨਾ ਤੋਂ ਬਿਨਾਂ ਨਹੀਂ ਹਿੱਲ ਸਕਦੀਆਂ ਆਮੇਨ ਹਾਲੇਲੂਇਆ ਔਰ ਮੈਂ ਤੁਹਾਨੂੰ ਦੱਸ ਰਹੀ ਸੀ ਕਿ ਉਸ ਜਗ੍ਹਾ ਤੇ ਲਿਖਿਆ ਆ ਕਿ ਉਹ ਬਚਪਨ ਤੋਂ ਉਹਦੀ ਲਾਈਫ 'ਚ ਕੰਮ ਕਰ ਰਹੀ ਸੀ ਹਾਲੇਲੂਇਆ ਬਚਪਨ ਤੋਂ ਉਹਦੀ ਲਾਈਫ ਦੇ ਵਿੱਚ ਕੰਮ ਕਰ ਰਹੀ ਸੀ ਔਰ ਬਚਪਨ ਤੋਂ ਹੀ ਉਹਦੇ ਨਾਲ ਰਹਿ ਰਹੀ ਸੀ ਉਹਦਾ ਨਾਸ਼ ਕਰਨਾ ਚਾਹੁੰਦੀ ਸੀ ਪਰ ਉਹਨੂੰ ਉਖਾੜਨ ਦੇ ਲਈ ਸ਼ੈਤਾਨ ਨੂੰ ਹਰਾਉਣ ਦੇ ਲਈ ਸਾਨੂੰ ਸਾਮਰਥ ਦੀ ਲੋੜ ਹੈ ਸਾਨੂੰ ਐਕਸਟਰਾ ਟੂਲਸ ਦੀ ਲੋੜ ਆ ਜਿਹੜੇ ਅਸੀਂ ਉਹਦੇ ਵਿਰੋਧ ਦੇ ਵਿੱਚ ਯੂਜ਼ ਕਰਨੇ ਆ ਆਮੇਨ ਹਾਲੇਲੂਇਆ ਔਰ ਸੈਕੰਡ ਡੇ ਕੱਲ ਪ੍ਰਭੂ ਦੇ ਵਚਨ ਦੇ ਵਿੱਚੋਂ ਅਸੀਂ ਸਿੱਖ ਰਹੇ ਸੀ ਅਗਰ ਤੁਹਾਨੂੰ ਕਿਸੇ ਨੂੰ ਯਾਦ ਹੈ ਜਲਦੀ ਦੇ ਨਾਲ ਟਾਈਪ ਕਰਕੇ ਮੈਨੂੰ ਦੱਸੋ ਕੱਲ ਪ੍ਰਭੂ ਦੇ ਵਚਨ ਦੇ ਵਿੱਚੋਂ ਮੈਂ ਤੁਹਾਨੂੰ ਕੀ ਸਿਖਾ ਰਹੀ ਸੀ ਥੈਂਕ ਯੂ ਜੀਸਸ ਹਾਲੇਲੂਇਆ ਔਰ ਰਾਸ਼ਾਂਦਾ ਰਾਬਾ ਲਸ਼ਾਖੂ Ora shakara bala sandoriana rava. Ora shandara sakoria rava. ਕੱਲ ਪ੍ਰਭੂ ਦੇ ਵਚਨ ਦੇ ਵਿੱਚੋਂ ਮੈਂ ਤੁਹਾਨੂੰ ਸਿਖਾ ਰਹੀ ਸੀ ਕਿਸ ਤਰ੍ਹਾਂ ਇੱਕ ਸਟੈਪ ਤੋਂ ਦੂਸਰੇ ਸਟੈਪ ਔਰ ਕਿਸ ਤਰ੍ਹਾਂ ਅਸੀਂ ਦੌੜ ਕੇ ਪਰਮੇਸ਼ਰ ਸਾਨੂੰ ਕਿਸ ਤਰ੍ਹਾਂ ਅੱਗੇ ਲੈ ਕੇ ਜਾਏਗਾ ਕਈ ਉਸ ਜਗ੍ਹਾ ਤੇ ਸਟਕ ਉਸ ਜਗ੍ਹਾ ਤੇ ਰੁਕ ਜਾਂਦੇ ਆ ਪਰ ਕੋਈ ਚੀਜ਼ਾਂ ਨੇ ਜਿਹੜੀਆਂ ਸਾਨੂੰ ਛੱਡਣੀਆਂ ਪੈਣਗੀਆਂ ਜਿੰਨਾ ਕਰਕੇ ਅਸੀਂ ਆਪਣੀ ਜਰਨੀ ਆਪਣਾ ਜਿਹੜਾ ਜਿੱਥੇ ਪ੍ਰਭੂ ਸਾਨੂੰ ਲੈ ਕੇ ਜਾਣਾ ਚਾਹੁੰਦਾ ਉਸ ਜਗ੍ਹਾ ਤੇ ਚਲੇ ਜਾਈਏ ਅਬਰਾਹਮ ਨੂੰ ਪਰਮੇਸ਼ਰ ਨੇ ਕਿਹਾ ਆਪਣਾ ਘਰ ਛੱਡ ਦੇ ਆਪਣਾ ਦੇਸ਼ ਛੱਡ ਦੇ ਆਪਣੇ ਲੋਕ ਛੱਡ ਦੇ ਸਭ ਕੁਝ ਉਹਨੇ ਪ੍ਰਭੂ ਦੇ ਕਹਿਣ ਤੇ ਛੱਡ ਦਿੱਤਾ ਹਾਲੇਲੂਇਆ ਜਿੱਦਾਂ ਹੀ ਉਹਨੇ ਛੱਡਿਆ ਪ੍ਰਭੂ ਦੀ ਓਬੀਡੀਐਂਸ ਪ੍ਰਭੂ ਦੀ ਆਗਿਆਕਾਰੀ ਕੀਤੀ ਪਰਮੇਸ਼ਰ ਨੇ ਉਹਨੂੰ ਉੱਚਾ ਚੁੱਕਿਆ ਹਾਲੇਲੂਇਆ ਪਰਮੇਸ਼ਰ ਨੇ ਉਹਨੂੰ ਉੱਚਾ ਕੀਤਾ ਉੱਚਾ ਚੁੱਕਿਆ ਮਹਾਨ ਜਾਤੀ ਬਣਾਇਆ ਉਹਦਾ ਨਾਮ ਮਹਾਨ ਕੀਤਾ ਔਰ ਅੱਜ ਅਬਰਾਹਮ ਦਾ ਨਾਮ ਬਾਈਬਲ ਦੇ ਵਿੱਚ ਹੈ ਹਾਲੇਲੂਇਆ ਔਰ ਇੱਕ ਹੋਰ ਚੀਜ਼ ਯਾਦ ਰੱਖਣਾ ਪ੍ਰਭੂ ਦੇ ਵਚਨ ਨੂੰ ਧਿਆਨ ਦੇ ਨਾਲ ਸੁਣਨਾ ਤੁਹਾਨੂੰ ਮੈਂ ਇਹ ਵੀ ਦੱਸ ਰਹੀ ਸੀ ਚੌਕਸੀ ਦੇ ਨਾਲ ਪ੍ਰਭੂ ਦੇ ਹੁਕਮਾਂ ਪ੍ਰਭੂ ਦੇ ਵਿਧੀਆਂ ਨੂੰ
ਚੌਕਸੀ ਦੇ ਨਾਲ ਮੰਨੋ। ਵਿਵਸਥਾ ਸਾਰ ਉਹਦੇ 28 ਅਧਿਆਇ ਦੇ ਵਿੱਚੋਂ ਯੈਸ ਓਬੀਡੀਐਂਸ ਇਜ਼ ਬੈਟਰ ਦੈਨ ਸੈਕਰੀਫਾਈਸ ਇਹੀ ਸਿਖਾ ਰਹੀ ਸੀ ਕਿਸ ਤਰ੍ਹਾਂ ਤੁਸੀਂ ਪ੍ਰਭੂ ਦੇ ਵਚਨ ਦੀ ਆਗਿਆਕਾਰੀ ਕਰਨੀ ਆ, ਔਰ ਉਹਦੀ ਜੇ ਤੁਸੀਂ ਆਗਿਆਕਾਰੀ ਕਰੋਗੇ ਤੇ ਤੁਸੀਂ ਬਲੈਸ ਹੋਵੋਗੇ। ਜੇ ਅਸੀਂ ਪ੍ਰਭੂ ਦੇ ਵਚਨ ਦੀ ਅਨਾਗਿਆਕਾਰੀ ਕਰਾਂਗੇ ਤੇ ਅਸੀਂ ਅੱਗੇ ਨਹੀਂ ਵੱਧ ਸਕਦੇ। ਆਮੇਨ। ਸਾਡਾ ਰੈਂਕ ਉੱਚਾ ਨਹੀਂ ਹੋ ਸਕਦਾ। ਹਾਲੇਲੂਇਆ। ਸੋ ਪ੍ਰਭੂ ਦੇ ਵਚਨ ਦੀ ਆਗਿਆਕਾਰੀ ਕਰਨੀ ਬਹੁਤ ਜ਼ਿਆਦਾ ਸਾਨੂੰ ਜ਼ਰੂਰੀ ਹੈ। ਆਮੇਨ। ਔਰ ਅੱਜ ਨਵਾਂ ਜਿਹੜਾ ਆ ਪ੍ਰਭੂ ਦੇ ਵਚਨ ਦੇ ਵਿੱਚ ਜੋ ਪ੍ਰਭੂ ਨੇ ਮੈਨੂੰ ਸਿਖਾਇਆ ਉਹ ਮੈਂ ਤੁਹਾਨੂੰ ਸਿਖਾਉਣ ਦੇ ਲਈ ਜਾ ਰਹੀ ਹਾਂ। ਆਲਰੇਡੀ ਮੈਂ ਪੋਸਟ ਕਰ ਦਿੱਤੀ ਸੀ ਉਹ ਆਇਤ। ਅੱਜ ਪ੍ਰਭੂ ਦੇ ਵਚਨ ਦੇ ਵਿੱਚ ਅਸੀਂ ਸਿੱਖਣ ਦੇ ਲਈ ਜਾ ਰਹੇ ਹਾਂ ਯਸ਼ਾਇਆ। ਕੱਢੀਏ ਯਸ਼ਾਇਆ ਦੀ ਕਿਤਾਬ, ਉਹਦਾ 40 ਅਧਿਆਏ। ਮੈਂ ਵੀ ਆਪਣੀ ਬਾਈਬਲ ਖੋਲ ਰਹੀ ਹਾਂ, ਤੁਸੀਂ ਵੀ ਆਪਣੀ ਬਾਈਬਲ ਖੋਲ ਸਕਦੇ ਹੋ ਜਿਨ੍ਹਾਂ ਦੇ ਕੋਲ ਬਾਈਬਲ ਹੈ। ਆਪਣੀ ਬਾਈਬਲ ਔਰ ਡਾਇਰੀ, ਮੈਂ ਤੁਹਾਨੂੰ ਕੱਲ ਕਿਹਾ ਸੀ ਆਪਣੀ ਬਾਈਬਲ ਔਰ ਆਪਣੀ ਡਾਇਰੀ ਨਾਲ ਲੈ ਕੇ ਬੈਠਣਾ। ਪ੍ਰਭੂ ਤੁਹਾਨੂੰ ਬਲੈਸ ਕਰੇ। ਔਰ ਪ੍ਰਭੂ ਦੇ ਵਚਨ ਦੇ ਵਿੱਚ ਜਦੋਂ ਸਿੱਖਦੇ ਹੋ ਤਾਂ ਸਾਡੇ ਕੋਲ ਆਪਣੀ ਡਾਇਰੀ, ਆਪਣਾ ਪੈਨ ਹੋਣਾ ਬਹੁਤ ਜ਼ਰੂਰੀ ਹੈ ਤਾਂ ਕਿ ਅਸੀਂ ਨੋਟ ਕਰ ਸਕੀਏ। ਹਾਲੇਲੂਇਆ। ਤਾਂ ਕਿ ਅਸੀਂ ਲਿਖ ਸਕੀਏ, ਪ੍ਰਭੂ ਦੇ ਵਚਨ ਨੂੰ ਯਾਦ ਰੱਖ ਸਕੀਏ। ਆਮੇਨ। ਹਾਲੇਲੂਇਆ। ਯਸ਼ਾਇਆ ਉਹਦਾ 40 ਅਧਿਆਏ ਉਹਦੀ 31 ਆਇਤ ਦੇ ਵਿੱਚ ਲਿਖਿਆ ਹੋਇਆ ਹੈ। ਅੱਜ ਅਸੀਂ ਪ੍ਰਭੂ ਦੇ ਵਚਨ ਚੋਂ ਸਿੱਖਾਂਗੇ। ਇਸ ਜਗ੍ਹਾ ਤੇ ਮੈਂ ਪੜ੍ਹਦੀ ਹਾਂ, ਤੁਸੀਂ ਆਪਣੀ ਬਾਈਬਲ ਦੇ ਵਿੱਚੋਂ ਪੜ੍ਹ ਸਕਦੇ ਹੋ। ਮੇਰੇ ਕੋਲ ਹਿੰਦੀ ਦੀ ਬਾਈਬਲ ਹੈ, ਲਿਖਿਆ ਇਸ ਜਗ੍ਹਾ ਤੇ, परंतु जो यहोवा की बाट जोहते हैं वह नया बल प्राप्त करते जाएंगे, वह उकाबों के समान उड़ेंगे, वह दौड़ेंगे और श्रमित ना होंगे, चलेंगे और थकित ना होंगे। हालेलुया। ਜਦੋਂ ਤੁਸੀਂ ਇਸ ਵਰਸ ਨੂੰ ਪੜ੍ਹਦੇ ਹੋ ਤੇ ਤੁਹਾਡੇ ਮਨ ਦੇ ਵਿੱਚ ਤੁਹਾਨੂੰ ਕੁਝ ਚੀਜ਼ਾਂ ਦੇ ਉੱਪਰ ਤੁਹਾਡਾ ਧਿਆਨ ਜਿਹੜਾ ਆ ਉਹ ਜਾਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਹਾਲੇਲੂਇਆ। ਕੁਝ ਚੀਜ਼ਾਂ ਦੇ ਉੱਪਰ ਤੁਹਾਡਾ ਧਿਆਨ ਜਾਣਾ ਬਹੁਤ ਜ਼ਰੂਰੀ ਹੈ, ਜਿਸ ਤਰ੍ਹਾਂ ਕਿ ਪ੍ਰਭੂ ਦੇ ਵਚਨ ਦੇ ਵਿੱਚ ਲਿਖਿਆ ਆ ਕਿ ਜਿਹੜੇ ਪਰਮੇਸ਼ਵਰ ਦੀ ਉਡੀਕ ਕਰਦੇ ਨੇ, ਹਾਲੇਲੂਇਆ, ਜਿਹੜੇ ਪਰਮੇਸ਼ਵਰ ਦੀ ਉਡੀਕ ਕਰਦੇ ਨੇ ਉਹ ਨਵੇਂ ਸਿਰਿਓਂ ਬਲ ਪਾਉਣਗੇ ਤੇ ਉਹ ਕੀ ਹੋਣਗੇ, ਖੰਭਾਂ ਦੇ ਉੱਤੇ ਉੱਡਣਗੇ ਤੇ ਥੱਕਣਗੇ ਨਾ, ਦੌੜਨਗੇ ਹੁੱਸਣਗੇ ਨਾ। ਆਮੇਨ। ਤੇ ਇਹਦੇ ਵਿੱਚ ਇੱਕ ਕੀ ਵਰਡ ਆ, ਇੱਕ ਮੇਨ ਗੱਲ ਜਿਹੜੀ ਆ ਪ੍ਰਭੂ ਨੇ ਮੈਨੂੰ ਸਿਖਾਈ, ਉਹ ਮੈਂ ਤੁਹਾਨੂੰ ਸਿਖਾਉਣਾ ਚਾਹਾਂਗੀ। ਬਹੁਤ ਵਾਰੀ ਹੋ ਸਕਦਾ ਅਸੀਂ ਇਹ ਆਇਤ ਪੜ੍ਹੀ ਹੋਵੇ ਪਰ ਸਮਝ ਨਾ ਆਈ ਹੋਵੇ, ਪਰ ਜੋ ਪ੍ਰਭੂ ਨੇ ਮੈਨੂੰ ਸਿਖਾਇਆ ਉਹ ਮੈਂ ਤੁਹਾਨੂੰ ਸਿਖਾਉਣ ਦੀ ਕੋਸ਼ਿਸ਼ ਕਰ ਰਹੀ ਹਾਂ। ਜਦੋਂ ਤੁਸੀਂ ਪੜ੍ਹਦੇ ਹੋ ਜੋ ਯਹੋਵਾ ਨੂੰ ਉਡੀਕਦੇ ਨੇ, ਹਾਲੇਲੂਇਆ, ਜੋ ਯਹੋਵਾ ਨੂੰ ਉਡੀਕਦੇ ਨੇ, ਮੈਂ ਤੁਹਾਨੂੰ ਪਹਿਲਾਂ ਵੀ ਸਿਖਾ ਚੁੱਕੀ ਹਾਂ ਯਹੋਵਾ ਨੂੰ ਉਡੀਕਣਾ। ਜਦੋਂ ਯਹੋਵਾ ਸ਼ਬਦ ਆਉਂਦਾ ਆ ਉਸ ਸਮੇਂ ਤੁਹਾਨੂੰ ਪਤਾ ਹੋਣਾ ਚਾਹੀਦਾ ਯਹੋਵਾ ਪਰਮੇਸ਼ਵਰ ਨੂੰ ਕਿਹਾ ਗਿਆ ਹੈ। ਹਾਲੇਲੂਇਆ। ਯਹੋਵਾ ਪਰਮੇਸ਼ਵਰ ਨੂੰ ਬੋਲਿਆ ਗਿਆ ਹੈ। ਜੋ ਯਹੋਵਾ ਨੂੰ ਉਡੀਕਦੇ ਨੇ ਉਹ ਨਵੇਂ ਸਿਰਿਓਂ ਬਲ ਪ੍ਰਾਪਤ ਕਰਨਗੇ। ਆਮੇਨ। ਔਰ ਜਦੋਂ ਤੁਸੀਂ ਉਡੀਕ ਸ਼ਬਦ ਪੜ੍ਹਦੇ ਹੋ, ਉਡੀਕਣਾ, ਵੇਟ ਕਰਨੀ, ਉਹਦੇ ਵਿੱਚ ਬਹੁਤ ਗਹਿਰਾ ਮੀਨਿੰਗ ਆ। ਵੇਟ ਕਰਨਾ, ਹਾਲੇਲੂਇਆ। ਵੇਟ ਕਰਨੀ ਸੌਖੀ ਨਹੀਂ ਹੈ। ਆਵਾਜ਼ ਸਹੀ ਆ ਰਹੀ ਹੈ ਸਾਰਿਆਂ ਨੂੰ ਮੇਰੀ? ਵੇਟ ਕਰਨੀ ਸੌਖੀ ਨਹੀਂ ਹੈ। ਹਾਲੇਲੂਇਆ। ਤੇ ਇਸ ਜਗ੍ਹਾ ਤੇ ਲਿਖਿਆ ਜੋ ਵੇਟ ਕਰਨਗੇ, ਜੋ ਵੇਟ ਕਰਨਗੇ ਉਹ ਹੀ ਬਲ ਪਾਉਣਗੇ, ਉਹ ਹੀ ਉੱਡਣਗੇ, ਥੱਕਣਗੇ ਨਹੀਂ, ਉਹ ਹੀ ਦੌੜਨਗੇ, ਹੁੱਸਣਗੇ ਨਹੀਂ। ਕੌਣ? ਜੋ ਵੇਟ ਕਰਨਗੇ। ਹਾਲੇਲੂਇਆ। ਔਰ ਵੇਟ ਕਰਨਾ ਹੀ ਅੱਜ ਕੱਲ ਦੀ ਲਾਈਫ ਦੇ ਵਿੱਚ ਬਹੁਤ ਹੀ ਜ਼ਿਆਦਾ ਕਹਿ ਲਓ ਅਸੀਂ ਨਹੀਂ ਪਸੰਦ ਕਰਦੇ ਵੇਟ ਕਰਨਾ। ਵੇਟਿੰਗ ਲਿਸਟ ਸਾਨੂੰ ਪਸੰਦ ਨਹੀਂ ਹੈ। ਹਾਲੇਲੂਇਆ। ਲਾਈਨ ਲੱਗੀ ਹੋਵੇ, ਬੈਂਕ ਦੇ ਵਿੱਚ ਜਾਂਦੇ ਆ ਜਾਂ ਕਿਸੇ ਜਗ੍ਹਾ ਤੇ ਜਾਂਦੇ ਆ, ਲਾਈਨ ਲੱਗੀ ਹੋਵੇ, ਉਸ ਜਗ੍ਹਾ ਤੇ ਵੇਟ ਕਰਨੀ ਬਹੁਤ ਔਖੀ ਲੱਗਦੀ ਹੈ ਇਨਸਾਨ ਨੂੰ, ਬਹੁਤ ਜ਼ਿਆਦਾ ਔਖੀ ਲੱਗਦੀ ਹੈ। ਕਦੋਂ ਮੇਰੀ ਵਾਰੀ ਆਵੇ, ਕਦੋਂ ਮੇਰੀ ਵਾਰੀ ਆਵੇ, ਜਾਂ ਕੁਝ ਹੋਰ ਸ਼ਾਰਟਕਟ ਲੱਭਦੇ ਨੇ, ਕੋਈ ਹੋਰ ਤਰੀਕਾ ਹੋਵੇ, ਕਿਸੇ ਹੋਰ ਜਗ੍ਹਾ ਥਾਣੀ ਮੈਨੂੰ ਮਿਲ ਜੇ, ਮੈਂ ਉਧਰੋਂ ਦੀ ਚਲਿਆ ਜਾਵਾਂ, ਉਹ ਕਰ ਲਵਾਂ, ਚਾਹੇ ਵੱਧ ਪੈਸੇ ਭਰਨੇ ਪੈਣ, ਪਰ ਮੈਨੂੰ ਵੇਟ ਨਾ ਕਰਨੀ ਪਵੇ। ਰਾਈਟ? ਵੇਟ ਨਾ ਕਰਨੀ ਪਵੇ। ਯੈਸ, ਆਈ ਵੇਟ ਫॉर गॉड। ਆਮੇਨ। ਲਿਖਣਾ ਸੌਖਾ ਆ ਪਰ ਵੇਟ ਕਰਨੀ ਔਖੀ ਹੈ। ਹਾਲੇਲੂਇਆ। ਲਿਖਣਾ ਸੌਖਾ ਏ ਪਰ ਜਦੋਂ ਪ੍ਰੈਕਟੀਕਲ ਕਰਦੇ ਆ ਉਹ ਔਖਾ ਏ। ਹਾਲੇਲੂਇਆ। ਜਦੋਂ ਤੁਸੀਂ ਲਿਖ ਰਹੇ ਹੋ ਆਈ ਵੇਟ ਫॉर गॉड, ਆਮੇਨ,
ਹਾਲੇਲੂਇਆ। ਜਦੋਂ ਤੁਸੀਂ ਲਿਖ ਰਹੇ ਹੋ ਆਈ ਵੇਟ ਫॉर ਗॉड, ਲਿਖਣਾ ਸੌਖਾ ਹੈ, ਮੈਂ ਤੁਹਾਨੂੰ ਦੱਸ ਰਹੀ ਹਾਂ ਦੁਬਾਰਾ, ਪਰ ਵੇਟ ਕਰਨੀ ਔਖੀ ਆ। ਹਾਲੇਲੂਇਆ। ਵੇਟ ਕਰਨੀ ਬਹੁਤ ਔਖੀ ਆ। ਇਨਸਾਨ ਜਿਹੜਾ ਆ ਉਹ ਵੇਟ ਕਰਨ 'ਚ ਖੁਸ਼ ਨਹੀਂ ਆ। ਉਹ ਕੁਝ ਅਲਟਰਨੇਟ, ਕੁਝ ਸ਼ਾਰਟਕਟਸ ਲੱਭਦਾ ਆਪਣੀ ਲਾਈਫ ਦੇ ਵਿੱਚ। ਮੈਨੂੰ ਕੋਈ ਹੋਰ ਤਰੀਕਾ ਲੱਭ ਜੇ, ਮੈਨੂੰ ਕੋਈ ਹੋਰ ਰਸਤਾ ਲੱਭ ਜੇ, ਮੈਂ ਇੱਧਰ ਚਲਿਆ ਜਾਵਾਂ, ਉੱਧਰ ਚਲਿਆ ਜਾਵਾਂ, ਕੋਈ ਸ਼ਾਰਟਕਟ। ਲੰਬੇ ਰਸਤੇ ਤੇ ਮੰਨ ਲਓ ਇੱਥੋਂ ਤੁਸੀਂ ਦਿੱਲੀ ਜਾਣਾ ਹੋਵੇ ਜਾਂ ਦਿੱਲੀੋਂ ਕਿਤੇ ਹੋਰ ਜਾਣਾ, ਜਾਂ ਜਿਹੜੀ ਜਗ੍ਹਾ ਤੇ ਤੁਸੀਂ ਹੋ ਉਸ ਜਗ੍ਹਾ ਤੋਂ ਲੈ ਕੇ ਦੂਸਰੀ ਜਗ੍ਹਾ ਜਾਣਾ ਹੈ, ਉਹਦਾ ਰਸਤਾ ਬਹੁਤ ਲੰਬਾ ਹੈ। ਪਰ ਤੁਸੀਂ ਕਈ ਵਾਰ ਸੋਚਦੇ ਹੋ ਕੋਈ ਸ਼ਾਰਟਕਟ ਮੈਨੂੰ ਮਿਲ ਜਾਣ ਜਿਹੜਾ ਮੈਂ 1 ਘੰਟੇ ਦੀ ਬਜਾਏ 2 ਘੰਟਿਆਂ ਦੀ ਬਜਾਏ ਥੋੜਾ ਅੱਧੇ ਘੰਟੇ ਦੇ ਵਿੱਚ ਪਹੁੰਚ ਜਾਵਾਂ ਉਸ ਜਗ੍ਹਾ ਤੇ, ਰਾਈਟ। ਅਸੀਂ ਸ਼ਾਰਟਕਟ ਲੱਭਦੇ ਹਾਂ ਕਿ ਮੈਂ ਜਲਦੀ ਪਹੁੰਚ ਜਾਵਾਂ, ਕੋਈ ਨਾ ਕੋਈ ਵਿੱਚੋਂ ਰਸਤੇ ਮਿਲ ਜਾਣ ਜਿਨ੍ਹਾਂ ਜਗ੍ਹਾਵਾਂ ਦੇ ਵਿੱਚੋਂ ਹੋ ਕੇ ਮੈਂ ਘੱਟ ਸਮੇਂ ਦੇ ਵਿੱਚ ਉਸ ਚੀਜ਼ ਦੇ ਉਸ ਜਗ੍ਹਾ ਤੇ ਪਹੁੰਚ ਜਾਵਾਂ। ਹਾਲੇਲੂਇਆ। ਸੋ ਇਸ ਜਗ੍ਹਾ ਤੇ ਪ੍ਰਭੂ ਦਾ ਵਚਨ ਜਿਹੜਾ ਆ ਉਹਦੇ ਵਿੱਚ ਲਿਖਿਆ, ਜੋ ਯਹੋਵਾ ਨੂੰ ਉਡੀਕਣ ਵਾਲੇ ਨੇ, ਉਡੀਕ, ਵੇਟ ਕਰਨੀ। ਹਾਲੇਲੂਇਆ। ਵੇਟ ਕਰਨੀ ਬਹੁਤ ਜ਼ਰੂਰੀ ਆ। ਆਮੈਨ। ਅਸੀਂ ਵੇਟ ਕਰਕੇ 40 ਇੱਕ ਹੋਰ ਦਿਨ ਬੀਤ ਗਿਆ, ਹਜੇ ਕਿੰਨੇ ਦਿਨ ਪਏ ਨੇ, ਅਸੀਂ ਵੇਟ ਕਰ ਰਹੇ ਹਾਂ। ਹਾਲੇਲੂਇਆ। ਪ੍ਰਭੂ ਦੇ ਹਰ ਇੱਕ ਦਿਨ ਨੂੰ ਅਸੀਂ ਆਪਣੀ ਲਾਈਫ ਦੇ ਵਿੱਚ ਅੱਗੇ ਜਿਹੜੇ ਅਸੀਂ ਦਿਨ ਆਪਣੀ ਲਾਈਫ ਦੇ ਵਿੱਚ ਸੋਚੇ ਕਿ ਅਸੀਂ ਪ੍ਰਭੂ ਦੇ ਨਾਲ ਬਿਤਾਣੇ ਨੇ, 40 ਦਿਨ ਅਸੀਂ ਫਾਸਟ ਰੱਖ ਕੇ ਪ੍ਰਭੂ ਦੇ ਨਾਲ ਬਿਤਾਣੇ ਆ। ਬਹੁਤ ਔਖਾ ਹੋਏਗਾ ਇੱਕ ਦਿਨ ਤੁਹਾਨੂੰ ਵੇਟ ਕਰਨਾ। ਜਦੋਂ ਸਵੇਰ ਫਾਸਟ 5 ਵਜੇ ਸ਼ੁਰੂ ਹੋ ਜਾਂਦਾ, ਸ਼ਾਮ ਦੇ 5 ਵੱਜਣੇ, ਕਈ ਵਾਰ ਤੁਹਾਨੂੰ ਲੱਗੇਗਾ ਅੱਜ 5 ਵੱਜ ਹੀ ਨਹੀਂ ਰਹੇ। ਬਹੁਤ ਔਖਾ ਲੱਗੇਗਾ ਵੇਟ ਕਰਨੀ। ਭੁੱਖ ਬਹੁਤ ਲੱਗੀ ਆ, ਹੁਣ ਮੈਂ ਫਾਸਟ ਕਿੰਨੇ ਵਜੇ ਖੋਲਾਂ, 5 ਕਦੋਂ ਵੱਜਣਗੇ, ਕਦੋਂ ਮੈਂ ਰੋਜ਼ਾ ਖੋਲਾਂ, ਚੱਲ 2 ਵਾਰੀ ਹੋਰ ਪਾਣੀ ਪੀ ਲੈਣਾ, 1 ਵਾਰੀ ਹੋਰ ਚਾਹ ਪੀ ਲੈਣਾ, 1 ਵਾਰੀ ਹੋਰ ਕੌਫੀ, 1 ਵਾਰੀ ਹੋਰ ਇੱਕ ਦੁੱਧ ਦਾ ਗਲਾਸ ਪੀ ਲੈਣੇ, ਜੂਸ ਦਾ ਗਲਾਸ ਪੀ ਲੈਣੇ, ਰਾਈਟ। ਹੁੰਦਾ ਕਈ ਵਾਰੀ ਸਾਡੇ ਨਾਲ ਇਸ ਤਰ੍ਹਾਂ। ਵੇਟ ਕਰਨੀ 5 ਵਜੇ ਤੱਕ ਵੀ ਕਈ ਵਾਰ ਔਖੀ ਹੋ ਜਾਂਦੀ ਹੈ। ਹਾਲੇਲੂਇਆ। ਇਸ ਜਗ੍ਹਾ ਤੇ ਲਿਖਿਆ, ਜੋ ਯਹੋਵਾ ਨੂੰ ਉਡੀਕਣ ਵਾਲੇ ਨੇ, ਜੋ ਪਰਮੇਸ਼ਵਰ ਦੀ ਵੇਟ ਕਰਨ ਵਾਲੇ ਨੇ, ਨਵੇਂ ਸਿਰਿਓਂ ਬਲ ਪਾਉਣਗੇ। ਬਾਈਬਲ ਦੇ ਵਿੱਚੋਂ ਹੀ ਮੈਂ ਤੁਹਾਨੂੰ ਕੁਝ ਐਗਜ਼ਾਮਪਲਸ ਨੇ ਜਿਹੜੀਆਂ ਦਵਾਂਗੀ, ਜਿਨ੍ਹਾਂ ਨੇ ਵੇਟ ਕੀਤੀ ਔਰ ਜਿਨ੍ਹਾਂ ਨੇ ਵੇਟ ਨਹੀਂ ਕੀਤੀ ਉਹਨਾਂ ਦੇ ਨਾਲ ਕੀ ਹੋਇਆ। ਹਾਲੇਲੂਇਆ। ਜਦੋਂ ਤੁਸੀਂ ਮੂਸਾ ਦੇ ਬਾਰੇ ਪੜ੍ਹੋਗੇ ਨਾ, ਕੂਚ ਦੀ ਕਿਤਾਬ ਦੇ ਵਿੱਚੋਂ, ਮੂਸਾ ਜਦੋਂ 40 ਦਿਨ 40 ਰਾਤਾਂ ਵਰਤ ਪ੍ਰਾਰਥਨਾ ਦੇ ਵਿੱਚ ਸੀ, ਜਦੋਂ ਉਹ ਸੀਨਾਈ ਪਰਬਤ ਦੇ ਉੱਪਰ ਸੀ, ਪਰਮੇਸ਼ਰ ਦੇ ਨਾਲ ਆਪਣਾ ਸਮੇਂ ਬਿਤਾ ਰਿਹਾ ਸੀ, ਉੱਥੇ ਜਾਣ ਤੋਂ ਪਹਿਲਾਂ ਮੂਸਾ 40 ਦਿਨ 40 ਰਾਤਾਂ ਸੀਨਾਈ ਪਹਾੜ ਜਾਣ ਤੋਂ ਪਹਿਲਾਂ ਆਪਣੀ ਕਲੀਸਿਆ ਨੂੰ, ਆਪਣੇ ਲੋਕਾਂ ਨੂੰ ਕਹਿ ਗਿਆ ਸੀ, ਤੁਸੀਂ ਪਹਾੜ ਤੋਂ ਥੱਲੇ ਮੇਰੀ ਵੇਟ ਕਰਨਾ। ਮੈਨੂੰ ਨਹੀਂ ਪਤਾ ਉੱਤੇ ਕਿੰਨੇ ਦਿਨ ਲੱਗ ਜਾਣੇ ਜਦੋਂ ਮੈਂ ਪਰਮੇਸ਼ਰ ਦੇ ਨਾਲ ਆਪਣਾ ਸਮੇਂ ਬਿਤਾਵਾਂਗਾ। ਉਹਨਾਂ ਨੂੰ ਕਹਿ ਕੇ ਗਿਆ ਤੁਸੀਂ ਵੇਟ ਕਰੋ। ਮੂਸਾ ਆਪਣੀ ਚਰਚ ਨੂੰ, ਆਪਣੀ ਕਲੀਸਿਆ ਨੂੰ, ਆਪਣੇ ਲੋਕਾਂ ਨੂੰ, ਸੇਵਾਦਾਰਾਂ ਨੂੰ, ਸਾਰਿਆਂ ਨੂੰ ਕਹਿ ਕੇ ਗਿਆ ਵੇਟ ਕਰੋ। ਜਦੋਂ ਮੂਸਾ ਪਹਾੜ ਤੇ ਚਲਿਆ ਗਿਆ, ਸਾਰਿਆਂ ਨੂੰ ਉਸ ਸਮੇਂ ਤਾਂ ਕੋਈ ਪ੍ਰੋਬਲਮ ਨਹੀਂ ਹੋਈ, ਠੀਕ ਹੈ ਕੋਈ ਗੱਲ ਨਹੀਂ, ਚਲਿਆ ਗਿਆ। ਪਰ ਜਦੋਂ 40 ਦਿਨ ਬੀਤ ਗਏ, 40 ਰਾਤਾਂ ਹੋ ਗਈਆਂ, ਉਹ ਸੋਚਣਾ ਸ਼ੁਰੂ ਹੋ ਗਿਆ ਹਜੇ ਤੱਕ ਮੂਸਾ ਆਇਆ ਹੀ ਨਹੀਂ, ਹਜੇ ਤੱਕ ਮੂਸਾ ਆਇਆ ਕਿਉਂ ਨਹੀਂ। ਕਿਉਂਕਿ ਮੂਸਾ ਉਹਨਾਂ ਦੀ ਅਗਵਾਈ ਕਰ ਰਿਹਾ ਸੀ, ਮੂਸਾ ਉਹਨਾਂ ਦਾ ਮੇਨ ਪਾਸਟਰ ਸੀ, ਔਰ ਮੂਸਾ ਹੀ ਉਹਨਾਂ ਨੂੰ ਪਰਮੇਸ਼ਰ ਦੀ ਵਿਧੀਆਂ, ਕਾਨੂੰਨ, ਹੁਕਮ ਮੰਨਣਾ ਸਿਖਾ ਰਿਹਾ ਸੀ, ਔਰ ਮੂਸਾ ਹੀ ਉਹਨਾਂ ਨੂੰ ਪਰਮੇਸ਼ਰ ਦੇ ਵਿੱਚ ਅੱਗੇ ਵਧਾ ਰਿਹਾ ਸੀ। ਇੱਕ ਮੇਨ ਪਾਸਟਰ ਅੱਜ ਕੱਲ੍ਹ ਦੇ ਜ਼ਮਾਨੇ ਦਾ ਨਾਲ ਤੁਹਾਨੂੰ ਮੈਂ ਦੱਸ ਰਹੀ ਹਾਂ, ਮੂਸਾ ਉਹਨਾਂ ਦਾ ਪਾਸਟਰ ਸੀ ਔਰ ਉਹਨਾਂ ਦੀ ਅਗਵਾਈ ਕਰ ਰਿਹਾ ਸੀ, ਔਰ ਉਹ ਵੇਟ ਉਹਨਾਂ ਨੂੰ ਕਹਿ ਕੇ ਗਿਆ ਵੇਟ ਕਰੋ। ਜਦੋਂ ਕਲੀਸਿਆ ਨੇ ਦੇਖਿਆ ਕਿ ਮੂਸਾ ਤੇ ਆਇਆ ਨਹੀਂ, 40 ਦਿਨ ਹੋ ਗਏ, 40 ਰਾਤਾਂ ਬੀਤ ਗਈਆਂ, ਹੁਣ ਅਸੀਂ ਕੀ ਕਰੀਏ, ਕੀ ਪਤਾ ਉਹਨੇ ਮੁੜਨਾ ਵੀ ਹੈ ਕਿ ਨਹੀਂ। ਹਾਲੇਲੂਇਆ। ਉਹ ਸੋਚਣ ਲੱਗੇ ਪਤਾ ਨਹੀਂ ਮੂਸਾ ਨੇ ਵਾਪਸ ਆਉਣਾ ਵੀ ਆ ਹੁਣ ਕਿ ਨਹੀਂ ਆਉਣਾ, ਇੰਨੇ ਦਿਨ ਹੋ ਗਏ, ਇੰਨੀਆਂ ਰਾਤਾਂ ਹੋ ਗਈਆਂ, ਹਜੇ ਤੱਕ ਤੇ ਮੁੜਿਆ ਨਹੀਂ। ਕਹਿ ਕੇ ਗਿਆ ਸੀ ਵੇਟ ਕਰੋ, ਮੈਂ ਆ ਰਿਹਾ ਆ, ਪਰ ਹਜੇ ਤੱਕ ਮੁੜਿਆ ਨਹੀਂ, ਆਇਆ ਨਹੀਂ। ਉੱਥੇ ਉਹਨਾਂ ਨੂੰ ਵੇਟ ਕਰਨੀ ਔਖੀ ਹੋ ਗਈ। ਹਾਲੇਲੂਇਆ। ਜਦੋਂ ਤੁਸੀਂ ਕੁਝ ਉਹਦਾ 32 ਅਧਿਆਏ ਪੜ੍ਹੋਗੇ, ਉਹਦੀ ਇੱਕ ਆਇਤ ਪੜ੍ਹੋਗੇ, ਤੁਸੀਂ ਪੜ੍ਹਦੇ ਰਹੋ ਆਪਣੀ ਬਾਈਬਲ ਦੇ ਵਿੱਚ ਨਾਲ, ਮੈਂ ਸਿਰਫ ਤੁਹਾਨੂੰ ਸਿੱਧਾ ਹੀ ਦੱਸ ਰਹੀ ਹਾਂ ਔਰ ਤੁਹਾਨੂੰ ਆਇਤਾਂ ਨੋਟ ਕਰਾਉਂਦੀ ਜਾਵਾਂਗੀ, ਤੁਸੀਂ ਨੋਟ ਕਰਦੇ ਜਾਣਾ। ਜਦੋਂ ਉਹਨਾਂ ਨੂੰ ਵੇਟ ਕਰਨੀ ਔਖੀ ਹੋ ਗਈ। ਹਾਲੇਲੂਇਆ। ਓਕੇ ਰਮੇਸ਼ 2-3 ਦਿਨ ਪਹਿਲਾਂ ਹੀ ਪੜ੍ਹ ਰਹੇ ਸੀ, ਗੋਡ ਬਲੈਸ ਯੂ। ਜਦੋਂ ਉਹਨਾਂ ਨੂੰ ਵੇਟ ਕਰਨੀ ਔਖੀ ਹੋ ਗਈ, ਜਦੋਂ ਉਹਨਾਂ ਨੇ ਸੋਚਿਆ ਕਿ ਸ਼ਾਇਦ ਕੀ ਪਤਾ ਹੁਣ ਆਵੇ ਕਿ ਨਾ, ਹੁਣ ਵੇਟ ਕਰਨ ਦਾ ਕੋਈ ਫਾਇਦਾ ਨਹੀਂ,
ਪਰ ਪ੍ਰਭੂ ਦੇ ਜਨ ਨੇ ਉਹਨਾਂ ਨੂੰ ਬੋਲਿਆ ਸੀ ਵੇਟ ਕਰੋ, ਪਰ ਉਹਨਾਂ ਨੇ ਵੇਟ ਪ੍ਰੋਪਰ ਜਿਹੜੀ ਹੈ ਨਹੀਂ ਕਰ ਪਾਏ। ਤੇ ਉਸ ਜਗ੍ਹਾ ਤੇ ਲਿਖਿਆ ਉਹਨਾਂ ਨੇ ਆਪਸ ਦੇ ਵਿੱਚ ਸਲਾਹ ਕੀਤੀ। ਹਾਲੇਲੂਇਆ। ਆਪਸ ਦੇ ਵਿੱਚ ਸਲਾਹ ਕਰਨ ਲੱਗ ਕੇ ਕਲੀਸਿਆ ਵਾਲੇ ਜਾਂ ਜਿੰਨੇ ਸੇਵਾਦਾਰ ਸੀ ਸਭ ਮਿਲ ਕੇ ਆਪਸ ਦੇ ਵਿੱਚ ਸਲਾਹ ਮਸ਼ਵਰੇ ਕਰਨ ਲੱਗ ਗਏ। ਕੀ ਪਤਾ ਹੁਣ ਪਾਸਟਰ ਨੇ ਮੁੜਨਾ ਹੈ ਕਿ ਨਹੀਂ ਮੁੜਨਾ, ਸਾਡੇ ਮੂਸਾ ਨੇ ਵਾਪਿਸ ਆਉਣਾ ਜਾਂ ਨਹੀਂ ਆਉਣਾ, ਅਸੀਂ ਹੁਣ ਕਿਹਦੀ ਪੂਜਾ ਕਰੀਏ, ਕੌਣ ਸਾਡੇ ਲਈ ਰੱਬ ਦੇ ਨਾਲ ਗੱਲਾਂ ਕਰੇਗਾ, ਅਸੀਂ ਰੱਬ ਨੂੰ ਕਿੱਦਾਂ ਸੁਣਾਂਗੇ। ਕਹਿੰਦੇ ਸਭ ਜਨ ਹੁਣ ਮਿਲ ਕੇ ਅਸੀਂ ਸੋਨੇ ਦਾ ਬਛੜਾ ਬਣਾਈਏ, ਇੱਕ ਮੂਰਤੀ ਬਣਾਈਏ। ਉਸ ਜਗ੍ਹਾ ਤੇ ਉਹਨਾਂ ਨੇ ਪਰਮੇਸ਼ਵਰ ਦਾ ਪਾਪ ਕੀਤਾ, ਸਾਰਿਆਂ ਨੇ ਵੇਟ ਨਹੀਂ ਕੀਤੀ, ਪਰ ਉਸ ਜਗ੍ਹਾ ਤੇ ਉਹਨਾਂ ਨੇ ਸੋਨੇ ਦਾ ਗੋਲਡਨ ਕਾਫ ਲਿਖਿਆ, ਉਸ ਜਗ੍ਹਾ ਤੇ ਸੋਨੇ ਦਾ ਬਛੜਾ ਬਣਾ ਕੇ ਮੂਰਤੀ ਬਣਾ ਕੇ ਇੱਕ ਉਹਨਾਂ ਨੇ ਪੂਜਾ ਕਰਨੀ ਸ਼ੁਰੂ ਕਰ ਦਿੱਤੀ। ਪਰ ਮੂਸਾ ਉਹਨਾਂ ਨੂੰ ਕਹਿ ਕੇ ਗਿਆ ਸੀ ਵੇਟ ਕਰੋ, ਉਹਨਾਂ ਨੇ ਵੇਟ ਨਹੀਂ ਕੀਤੀ, ਅਲਟਰਨੇਟ ਲੱਭਿਆ, ਸ਼ਾਰਟਕਟ ਲੱਭਿਆ। ਉਹਨਾਂ ਨੇ ਪੂਜਾ ਕਰਨੀ ਕੀ ਕਰ ਦਿੱਤੀ, ਸ਼ੁਰੂ ਕਰ ਦਿੱਤੀ ਉਸ ਜਗ੍ਹਾ ਤੇ ਬਾਈਬਲ ਦੇ ਵਿੱਚ ਲਿਖਿਆ ਹੈ ਮੂਰਤੀ ਪੂਜਾ ਕਰਨਾ ਪਾਪ ਹੈ, ਕਿਉਂਕਿ ਪਰਮੇਸ਼ਵਰ ਦਾ ਕੋਈ ਰੂਪ ਨਹੀਂ ਹੈ, ਪਰਮੇਸ਼ਵਰ ਦਾ ਕੋਈ ਆਕਾਰ ਨਹੀਂ ਹੈ, ਉਹ ਸਾਨੂੰ ਬਣਾਉਣ ਵਾਲਾ ਪਰਮੇਸ਼ਵਰ ਹੈ, ਅਸੀਂ ਉਹਨੂੰ ਨਹੀਂ ਬਣਾ ਸਕਦੇ। ਹਾਲੇਲੂਇਆ। ਉਹਨੇ ਸਾਨੂੰ ਬਣਾਇਆ ਆ, ਸਾਡੇ 'ਚ ਇੰਨੀ ਕੀ ਹਿੰਮਤ ਕਿ ਅਸੀਂ ਉਹਨੂੰ ਬਣਾ ਸਕੀਏ। ਹਾਲੇਲੂਇਆ। ਪਰ ਉਹਨਾਂ ਨੇ ਕੀ ਕੀਤਾ, ਸਾਰੀ ਪ੍ਰਜਾ ਨੇ, ਸਾਰੇ ਲੋਕਾਂ ਨੇ ਇੱਕ ਮੂਰਤੀ ਬਣਾਈ ਔਰ ਉਹਨੂੰ ਰੱਬ ਬਣਾ ਲਿਆ। ਮੂਸਾ ਜਿੱਦਾਂ ਹੀ ਉਹਨਾਂ ਨੇ ਉਹ ਪਾਪ ਕੀਤਾ, ਮੂਸਾ ਜਦੋਂ ਪਹਾੜ ਦੇ ਉੱਪਰੋਂ ਉਤਰਿਆ, ਮੂਸਾ ਨੂੰ ਬਹੁਤ ਗੁੱਸਾ ਆਇਆ। ਬਾਈਬਲ ਦੇ ਵਿੱਚ ਲਿਖਿਆ ਮੂਸਾ ਗੁੱਸੇ ਦੇ ਨਾਲ ਭਰ ਗਿਆ ਕਿ ਮੈਂ ਇਹਨਾਂ ਲਈ ਦੁਆ ਕਰਨ ਗਿਆ, ਮੈਂ ਇਹਨਾਂ ਲਈ ਪ੍ਰਾਰਥਨਾ ਕਰਨ ਗਿਆ ਆ, ਮੈਂ ਪਰਮੇਸ਼ਰ ਨਾਲ ਗੱਲ ਕਰਨ ਗਿਆ, ਇਹਨਾਂ ਨੂੰ ਮੈਂ ਕਹਿ ਕੇ ਗਿਆ ਵੇਟ ਕਰੋ, ਪਰ ਇਹਨਾਂ ਨੇ ਵੇਟ ਨਹੀਂ ਕੀਤੀ, ਇਹਨਾਂ ਨੇ ਆਪਣੀ ਮਨਮਰਜ਼ੀ ਕੀਤੀ। ਹਾਲੇਲੂਇਆ। ਫਿਰ ਉਸ ਜਗ੍ਹਾ ਤੇ ਮੂਸਾ ਨੂੰ ਬਹੁਤ ਗੁੱਸਾ ਆਇਆ। ਉਹਨੇ ਉਹ 10 ਹੁਕਮ ਜਿਹੜੇ ਲੈ ਕੇ ਆਇਆ ਸੀ, 2 ਟੈਬਲੇਟਸ ਜਿਹੜੀਆਂ 10 ਹੁਕਮ 10 ਕਮਾਂਡਮੈਂਟਸ ਜਿਹੜੀਆਂ ਪਰਮੇਸ਼ਵਰ ਨੇ ਦਿੱਤੀਆਂ ਸੀ ਮੂਸਾ ਨੂੰ, ਜਾ ਕੇ ਮੇਰੇ ਲੋਕਾਂ ਨੂੰ ਦੇ ਉਹਨੇ ਗੁੱਸੇ ਦੇ ਵਿੱਚ ਆ ਕੇ ਤੋੜ ਦਿੱਤੀਆਂ। ਬਾਈਬਲ ਦੇ ਵਿੱਚ ਲਿਖਿਆ ਉਹਨੂੰ ਲੋਕਾਂ ਤੇ ਬਹੁਤ ਜ਼ਿਆਦਾ ਗੁੱਸਾ ਆਇਆ ਕਿ ਤੁਸੀਂ ਵੇਟ ਨਹੀਂ ਕਰ ਸਕੇ। ਹਾਲੇਲੂਇਆ। ਯੈਸ ਅਨੀਤਾ, ਵੇਟ ਸੀਮਸ ਟੂ ਹਾਰਡ। ਵੇਟ ਬਹੁਤ ਹਾਰਡ ਆ, ਵੇਟ ਕਰਨਾ ਮੈਂ ਪਹਿਲਾਂ ਹੀ ਦੱਸ ਰਹੀ ਹਾਂ, ਵੇਟ ਕਰਨਾ ਬਹੁਤ ਹਾਰਡ ਆ। ਪਰ ਵੇਟ ਸ਼ਬਦ ਜਿਹੜਾ ਹੈ, ਜਦੋਂ ਤੁਸੀਂ ਵੇਟ ਦੇ ਵਿੱਚ ਮੈਂ ਤੁਹਾਨੂੰ ਦੱਸਣਾ ਚਾਹਾਂਗੀ ਪ੍ਰਭੂ ਦੀ ਇੱਕ ਸਾਮਰਥ ਛੁਪੀ ਹੋਈ ਹੈ। ਹਾਲੇਲੂਇਆ। ਵੇਟ ਦੇ ਇੰਤਜ਼ਾਰ ਦੇ ਵਿੱਚ, ਵੇਟ ਕਰਨ ਦੇ ਵਿੱਚ ਪ੍ਰਭੂ ਦੀ ਇੱਕ ਸਾਮਰਥ ਜਿਹੜੀ ਹੈ ਛੁਪੀ ਹੋਈ ਹੈ। ਪ੍ਰਭੂ ਦਾ ਇੱਕ ਕਾਨੂੰਨ ਆ, ਪ੍ਰਭੂ ਦਾ ਇੱਕ ਲਾਅ ਆ ਵੇਟ ਕਰਨ ਦੇ ਵਿੱਚ ਵੀ। ਆਮੇਨ। ਜਦੋਂ ਆਪਣੇ ਲੋਕ ਜਦੋਂ ਖੇਤੀ ਕਰਦੇ ਨੇ, ਬੀਜ ਬੀਜਦੇ ਨੇ, ਆਮੇਨ। ਹੁਣ ਕਣਕਾਂ ਬੀਜੀਆਂ ਜਾ ਚੁੱਕੀਆਂ ਨੇ ਔਰ ਸਮਾਂ ਆਉਣ ਵਾਲਾ ਆ ਜਦੋਂ ਇਹਨੂੰ ਵੱਢਣਗੇ ਵੀ, ਤੇ ਪਰ ਉਹ ਕਣਕ ਉੱਗਣ ਤੋਂ ਪਹਿਲਾਂ, ਉਹ ਫਸਲ ਉੱਗਣ ਤੋਂ ਪਹਿਲਾਂ ਉਹਨਾਂ ਨੂੰ ਵੇਟ ਕਰਨੀ ਪੈ ਰਹੀ ਹੈ। ਆਮੇਨ। ਹਾਲੇਲੂਇਆ। ਉਹ ਵੇਟ ਕਰਨੀ ਪੈ ਰਹੀ ਹੈ ਕਦੋਂ ਉਹ ਤਿਆਰ ਹੋਵੇ, ਫਿਰ ਮੈਂ ਉਹਨੂੰ ਵੱਢਾਂ, ਫਿਰ ਅਸੀਂ ਉਹ ਫਸਲ ਜਿਹੜੀ ਹੈ ਕੱਟੀਏ। ਇਹਦੇ ਬਾਅਦ ਫਿਰ ਦੂਸਰਾ ਸਟਾਰਟ ਹੋ ਜਾਏਗਾ। ਆਮੇਨ। ਇਹਦੇ ਬਾਅਦ ਫਿਰ ਦੂਸਰਾ ਸਟਾਰਟ ਹੋ ਜਾਏਗਾ ਔਰ ਉਹਦੇ ਵਿੱਚ ਵੀ ਉਹ ਵੇਟ ਕਰਨਗੇ ਕਦੋਂ ਉਹ ਜਿਹੜਾ ਬੀਜ ਜਿਹੜਾ ਉੱਗੇ ਔਰ ਕਦੋਂ ਫਸਲ ਬਣੇ ਤੇ ਕਦੋਂ ਅਸੀਂ ਉਹਨੂੰ ਵੱਢੀਏ। ਸੋਚੋ ਜੇ ਬੀਜ ਬੀਜਿਆ ਆ ਔਰ ਥੋੜਾ ਜਦੋਂ ਉਹ ਵਧੇ, ਮਹੀਨੇ 2 ਮਹੀਨੇ ਬਾਅਦ ਹੀ ਉਹਨੂੰ ਕੱਟ ਲਿਆਣ, ਤੇ ਕੀ ਉਹ ਪ੍ਰੋਪਰ ਵਰਕ ਕਰੇਗਾ? ਨਹੀਂ ਕਰੇਗਾ। ਕਿਉਂ? ਕਿਉਂਕਿ ਪਰਮੇਸ਼ਵਰ ਨੇ ਵੇਟ ਦੇ ਵਿੱਚ ਹੀ ਸਾਡੀ ਬਲੈਸਿੰਗ ਜਿਹੜੀ ਹੈ ਰੱਖੀ ਹੋਈ ਹੈ। ਆਮੇਨ। ਹਾਲੇਲੂਇਆ। ਇੱਕ ਲੇਡੀ ਆ, ਜਦੋਂ ਉਹ ਪ੍ਰੈਗਨੈਂਟ ਹੁੰਦੀ ਹੈ 9 ਮਹੀਨੇ ਉਹਨੂੰ ਵੇਟ ਕਰਨੀ ਪੈਂਦੀ ਹੈ। ਪ੍ਰਭੂ ਨੇ ਸਮਾਂ ਰੱਖਿਆ ਆ, ਇੱਕ ਸਮਾਂ ਰੱਖਿਆ ਬੱਚਾ ਪੈਦਾ ਕਰਨ ਦਾ ਵੀ। 9 ਮਹੀਨੇ ਉਹਨੂੰ ਵੇਟ ਕਰਨੀ ਪਏਗੀ, ਦੈਨ ਫਿਰ ਉਹ ਬੱਚੇ ਨੂੰ ਪੈਦਾ ਕਰੇਗੀ। ਹਾਲੇਲੂਇਆ। ਰੋਮੀਓ, man of God, we welcome you. God bless you. I'm speaking in my own language, in Punjabi. I'm just teaching them on we should wait upon the Lord. We should wait upon the Lord. Hallelujah. ਕੋਈ ਹੈ ਜਾਂ ਜੋ ਮੈਨੂੰ ਫੋਰਨ ਤੋਂ ਬਾਹਰੋਂ ਵੀ ਦੇਖ ਰਹੇ ਨੇ, ਇਸ ਕਰਕੇ ਮੈਂ ਉਹਨਾਂ ਨੂੰ ਦੱਸ ਰਹੀ ਹਾਂ।
ਪਰ ਜ਼ਿਆਦਾ ਪੰਜਾਬੀ ਵਾਲੇ ਨੇ, ਇਸ ਕਰਕੇ ਮੈਂ ਪੰਜਾਬੀ ਬੋਲ ਰਹੀ ਹਾਂ, ਤੁਹਾਨੂੰ ਚੰਗੀ ਤਰ੍ਹਾਂ ਸਮਝ ਆ ਸਕੇ। ਵੇਟ ਕਰਨੀ ਮੈਂ ਤੁਹਾਨੂੰ ਦੱਸ ਰਹੀ ਹਾਂ ਬਹੁਤ ਔਖੀ ਹੈ। ਲਿਖਿਆ ਕਿ ਜੋ ਯਹੋਵਾ ਨੂੰ ਉਡੀਕਦੇ ਨੇ, ਜੋ ਯਹੋਵਾ ਨੂੰ ਉਡੀਕਣ ਵਾਲੇ ਨੇ, ਉਹ ਨਵੇਂ ਸਿਰਿਓਂ ਬਲ ਪ੍ਰਾਪਤ ਕਰਨਗੇ। ਹਾਲੇਲੂਇਆ, ਨਵੇਂ ਸਿਰਿਓਂ ਬਲ ਪ੍ਰਾਪਤ ਕਰਨਗੇ। ਔਰ ਮੈਂ ਤੁਹਾਨੂੰ ਦੱਸ ਰਹੀ ਸੀ, ਜੋ ਪਰਮੇਸ਼ਰ ਦਾ ਜਨ ਸੀ ਮੂਸਾ, ਜਦੋਂ ਪਹਾੜ ਤੇ ਗਿਆ ਉਹਨੇ ਕਿਹਾ ਕਲੀਸਿਆ ਨੂੰ ਮੇਰੀ ਵੇਟ ਕਰੋ, ਪਰ ਉਹਨਾਂ ਨੇ ਵੇਟ ਨਹੀਂ ਕੀਤੀ। ਉਹਨਾਂ ਨੇ ਸੋਨੇ ਦਾ ਬਛੜਾ ਬਣਾਇਆ, ਉਹਦੀ ਪੂਜਾ ਕਰਨੀ ਸ਼ੁਰੂ ਕਰ ਦਿੱਤੀ, ਪਰ ਪਰਮੇਸ਼ਰ ਨੂੰ ਇਹ ਪਸੰਦ ਨਹੀਂ ਸੀ। ਹਾਲੇਲੂਇਆ। ਔਰ ਦੂਸਰੀ ਚੀਜ਼ ਮੈਂ ਤੁਹਾਨੂੰ ਦੱਸਣਾ ਚਾਹਾਂਗੀ ਵੇਟ ਦੇ ਬਾਰੇ। ਪਰਮੇਸ਼ਰ ਨੇ ਅਬਰਾਹਮ ਨੂੰ ਕਿਹਾ ਮੈਂ ਤੈਨੂੰ ਉੱਚੀ ਜਾਤੀ ਬਣਾਵਾਂਗਾ। ਪਰਮੇਸ਼ਰ ਨੇ ਕਿਹਾ ਕਿ ਇਹਨਾਂ ਤਾਰਿਆਂ ਨੂੰ ਵੇਖ, ਇਹ ਜਿਹੜੀ ਜ਼ਮੀਨ ਦੇ ਉੱਤੇ ਰੇਤ ਆ ਇਹਦੇ ਵੱਲ ਦੇਖ। ਪਰਮੇਸ਼ਰ ਅਬਰਾਹਮ ਨੂੰ ਕਹਿ ਰਿਹਾ ਸੀ ਕਿ ਤੇਰੇ ਬੱਚੇ ਹੋਣਗੇ ਇੰਨੇ। ਹਾਲੇਲੂਇਆ। ਕਿਉਂਕਿ ਜਦੋਂ ਪਰਮੇਸ਼ਰ ਅਬਰਾਹਮ ਦੇ ਨਾਲ ਗੱਲਾਂ ਕਰ ਰਿਹਾ ਸੀ, ਉਸ ਸਮੇਂ ਅਬਰਾਹਮ ਦੇ ਕੋਲ ਕੋਈ ਵੀ ਬੱਚਾ ਨਹੀਂ ਸੀ। ਅਬਰਾਹਮ ਦੀ ਉਮਰ ਬਹੁਤ ਜ਼ਿਆਦਾ ਹੋ ਚੁੱਕੀ ਸੀ, 90+ ਸੀ। ਹਾਲੇਲੂਇਆ, 90 ਸਾਲਾਂ ਤੋਂ ਉੱਪਰ ਸੀ। ਔਰ ਪਰਮੇਸ਼ਰ ਉਹਨੂੰ ਕਹਿ ਰਿਹਾ ਸੀ ਵੇਟ ਕਰ। ਆਮੈਨ। ਪਰਮੇਸ਼ਰ ਕੀ ਕਹਿ ਰਿਹਾ ਸੀ? ਉਹਨੂੰ ਵੇਟ ਕਰ। ਔਰ ਪਰਮੇਸ਼ਰ ਉਹਨੂੰ ਤਸੱਲੀ ਦੇ ਰਿਹਾ ਸੀ। ਪ੍ਰਭੂ ਉਹਨੂੰ ਬੋਲ ਰਹੀ ਸੀ ਕਿ ਵੇਟ ਕਰ ਅਬਰਾਹਮ, ਜਿੰਨੇ ਤਾਰੇ ਨੇ ਤਾਰਿਆਂ ਵੱਲ ਦੇਖ। ਤਾਰੇ ਅਣਗਿਣਤ ਸੀ। ਪ੍ਰਭੂ ਉਹਨੂੰ ਕਹਿ ਰਿਹਾ ਸੀ ਜ਼ਮੀਨ ਦੀ ਰੇਤ ਵੱਲ ਦੇਖ, ਇੰਨੀ ਤੇਰੀ ਅੰਸ਼ ਹੋਏਗੀ। ਹਾਲੇਲੂਇਆ। ਔਰ ਅਬਰਾਹਮ ਪ੍ਰਭੂ ਦੀ ਗੱਲ ਸੁਣ ਕੇ ਆਪਣੇ ਤੰਬੂ ਦੇ ਵਿੱਚ ਵਾਪਸ ਚਲਿਆ ਗਿਆ। ਔਰ ਉਹਦੇ ਬਾਅਦ ਉਹਦੀ ਪਤਨੀ ਉਹਨੂੰ ਕਹਿ ਰਹੀ ਹੈ, ਜਦੋਂ ਤੁਸੀਂ ਸਟੋਰੀ ਨੂੰ ਪੜ੍ਹੋਗੇ ਜਾਂ ਪੜ੍ਹੀ ਹੋਏਗੀ ਤੁਸੀਂ ਜਾਣਦੇ ਹੋ, ਸਾਰਾ ਦੇ ਮਨ ਦੇ ਵਿੱਚ ਆਇਆ ਮੈਂ ਬਾਂਝ ਹਾਂ, ਮੈਨੂੰ ਬੱਚਾ ਨਹੀਂ ਹੋ ਰਿਹਾ, ਕਿਉਂ ਨਾ ਮੈਂ ਆਪਣੇ ਪਤੀ ਨੂੰ ਸਲਾਹ ਦੇਵਾਂ ਕਿ ਤੂੰ ਦੂਸਰਾ ਵਿਆਹ ਕਰਾ ਲੈ। ਹਾਲੇਲੂਇਆ। ਉਹਨੇ ਵੇਟ ਨਹੀਂ ਕੀਤੀ, ਉਹਦੀ ਪਤਨੀ ਨੇ ਵੇਟ ਨਹੀਂ ਕੀਤੀ ਔਰ ਉਹਨੂੰ ਕਿਹਾ ਕਿ ਤੂੰ ਦੂਸਰੀ ਮੈਰਿਜ ਕਰ। ਉਹਨੂੰ ਫੋਰਸ ਕੀਤਾ ਦੂਸਰੀ ਮੈਰਿਜ ਕਰਨ ਦੇ ਲਈ। ਪਰ ਬਿਫੋਰ ਦੈਟ ਪਰਮੇਸ਼ਰ ਨੇ ਉਹਨੂੰ ਕਿਹਾ ਸੀ ਵੇਟ ਕਰ। ਹਾਲੇਲੂਇਆ। ਪਰ ਸਾਰਾ ਨੇ ਉਹਨੂੰ ਬੋਲਿਆ ਕਿ ਤੂੰ ਸੈਕਿੰਡ ਮੈਰਿਜ ਕਰ। ਔਰ ਸੈਕਿੰਡ ਮੈਰਿਜ ਜਦੋਂ ਕੀਤੀ, ਉਹਦੀ ਗੋਲੀ ਦੇ ਨਾਲ ਇਸਮਾਇਲ ਦਾ ਜਨਮ ਹੋਇਆ। ਜਦੋਂ ਇਸਮਾਇਲ ਦਾ ਜਨਮ ਹੋ ਗਿਆ, ਫਿਰ ਪ੍ਰੋਬਲਮ ਕ੍ਰੀਏਟ ਹੋਣੀ ਸ਼ੁਰੂ ਹੋ ਗਈ। ਹਾਲੇਲੂਇਆ। ਫਿਰ ਕੀ ਹੋ ਗਈ? ਪ੍ਰੋਬਲਮ ਉਹਨਾਂ ਦੀ ਲਾਈਫ ਦੇ ਵਿੱਚ ਕ੍ਰੀਏਟ ਹੋਣੀ ਸ਼ੁਰੂ ਹੋ ਗਈ। ਫਿਰ ਪਰਮੇਸ਼ਵਰ ਉਹਨੂੰ ਕਹਿ ਰਿਹਾ ਕਿ ਹੁਣ ਇਹਨੂੰ ਦੂਰ ਕਰ ਦੇ, ਮੈਂ ਇਹਦੇ ਤੋਂ ਨਹੀਂ ਤੇਰੀ ਅੰਸ਼ ਬਣਾਵਾਂਗਾ, ਪਰ ਤੇਰੀ ਪਤਨੀ ਸਾਰਾ ਤੋਂ ਹੀ ਤੇਰੀ ਅੰਸ਼ ਗਿਣੀ ਜਾਏਗੀ। ਆਮੈਨ। ਹਾਲੇਲੂਇਆ। ਸੋ ਇਸ ਜਗ੍ਹਾ ਤੇ ਉਹਨਾਂ ਨੇ ਵੀ ਵੇਟ ਨਹੀਂ ਕੀਤੀ। ਆਮੈਨ। ਉਹਦੀ ਵਾਈਫ ਨੇ ਵੇਟ ਨਹੀਂ ਕੀਤੀ, ਇਸ ਕਰਕੇ ਗਲਤੀ ਕੀਤੀ। ਹਾਲੇਲੂਇਆ। ਜਦੋਂ ਅਸੀਂ ਵੇਟ ਨਹੀਂ ਕਰਾਂਗੇ ਉਸ ਸਮੇਂ ਅਸੀਂ ਗਲਤੀ ਕਰਾਂਗੇ। ਜਦੋਂ ਅਸੀਂ ਵੇਟ ਨਹੀਂ ਕਰਾਂਗੇ ਉਦੋਂ ਅਸੀਂ ਆਪਣੀ ਮਰਜ਼ੀ ਪੂਰੀ ਕਰਾਂਗੇ। ਹੋ ਸਕਦਾ ਪਰਮੇਸ਼ਵਰ, ਤੁਸੀਂ ਜਿੰਨੇ ਜਣ ਦੇਖ ਰਹੇ ਹੋ ਤੁਹਾਡੇ ਵਿੱਚੋਂ ਕਈਆਂ ਨੂੰ ਬੋਲ ਰਿਹਾ ਹੋਵੇ ਵੇਟ ਕਰਨ ਦੇ ਲਈ। ਤੁਸੀਂ ਪ੍ਰਾਰਥਨਾ ਕਰ ਰਹੇ ਹੋ ਕਿਸੇ ਪਰਟੀਕੂਲਰ ਚੀਜ਼ ਦੇ ਲਈ। ਹਾਲੇਲੂਇਆ। ਮੈਰਿਜ ਦੇ ਲਈ, ਬੱਚਿਆਂ ਦੇ ਲਈ, ਜਾਂ ਕਿਸੇ ਲੈਵਲ ਤੱਕ ਪਹੁੰਚਣ ਦੇ ਲਈ ਪ੍ਰਾਰਥਨਾ ਕਰ ਰਹੇ ਹੋ। ਪਰ ਇਹ ਵੀ ਯਾਦ ਰੱਖਣਾ, ਜੇ ਤੁਸੀਂ ਪ੍ਰਾਰਥਨਾ ਕਰ ਰਹੇ ਹੋ, ਪ੍ਰਭੂ ਦੇ ਵਿੱਚ ਮਿਹਨਤ ਕਰ ਰਹੇ ਹੋ, ਔਰ ਲਿਖਿਆ ਆ ਕਿ ਜਿਹੜੇ ਵੇਟ ਕਰ ਰਹੇ ਨੇ, ਆਮੈਨ, ਜਿਹੜੇ ਵੇਟ ਕਰ ਰਹੇ ਨੇ ਉਹ ਨਵੇਂ ਸਿਰਿਓਂ ਬਲ ਪਾਉਣਗੇ। ਆਮੈਨ। ਨਵੇਂ ਸਿਰਿਓਂ ਪ੍ਰਭੂ ਉਹਨਾਂ ਨੂੰ ਬੜੀ ਸਾਮਰਥ ਦੇ ਨਾਲ ਅੱਗੇ ਲੈ ਜਾਏਗਾ। ਹਾਲੇਲੂਇਆ। ਤੁਹਾਡੀ ਵੇਟ ਜਿਹੜੀ ਹੈ, ਜਦੋਂ ਤੁਹਾਨੂੰ ਉਹ ਚੀਜ਼, ਉਹ ਬਲੈਸਿੰਗ ਜਦੋਂ ਤੁਹਾਨੂੰ ਮਿਲ ਜਾਏਗੀ, ਜਦੋਂ ਤੁਹਾਡੀ ਵੇਟ ਖਤਮ ਹੋ ਜਾਏਗੀ, ਜਦੋਂ ਤੁਹਾਨੂੰ ਉਹ ਆਸ਼ੀਸ਼ ਪ੍ਰਭੂ ਦੇ ਦੇਗਾ, ਤੁਹਾਨੂੰ ਪਤਾ ਹੀ ਨਹੀਂ ਲੱਗੇਗਾ ਕਿ ਤੁਸੀਂ ਇੰਨੀ ਵੇਟ ਕਰ ਵੀ ਲਿੱਤੀ ਹੈ। ਹਾਲੇਲੂਇਆ। ਤੁਹਾਨੂੰ ਉਹ ਥੱਕਣ ਨਹੀਂ ਦੇਗਾ। ਬਾਈਬਲ ਦੇ ਵਿੱਚ ਲਿਖਿਆ ਤੁਹਾਨੂੰ ਉਹ ਹੁੱਸਣ ਨਹੀਂ ਦੇਗਾ। ਵੇਟ ਕਰਦੇ ਕਰਦੇ ਤੁਸੀਂ ਥੱਕ ਨਹੀਂ ਜਾਓਗੇ। ਆਮੈਨ। ਵੇਟ ਕਰਦੇ ਕਰਦੇ ਤੁਸੀਂ ਹੁੱਸ ਨਹੀਂ ਜਾਓਗੇ। ਬਾਈਬਲ ਦੇ ਵਿੱਚ ਲਿਖਿਆ, ਪ੍ਰਭੂ ਦਾ ਵਚਨ ਕਹਿ ਰਿਹਾ, ਵੇਟ ਕਰਦੇ ਕਰਦੇ ਤੁਸੀਂ ਥੱਕ ਨਹੀਂ ਜਾਓਗੇ। ਉਸ ਤੋਂ ਪਹਿਲਾਂ ਹੀ ਪ੍ਰਭੂ ਸਾਨੂੰ ਬਲੈਸ ਕਰ ਦੇਵੇਗਾ। ਆਮੈਨ। ਉਸ ਤੋਂ ਪਹਿਲਾਂ ਹੀ ਪਰਮੇਸ਼ਰ ਸਾਡਾ ਉਪਾਏ ਕਰ ਦੇਗਾ। ਉਸ ਤੋਂ ਪਹਿਲਾਂ ਹੀ ਪਰਮੇਸ਼ਰ ਸਾਨੂੰ ਅੱਗੇ ਲੈ ਜਾਏਗਾ। ਹਾਲੇਲੂਇਆ। ਜਿੰਨਾ ਸਮਾਂ ਪਰ ਪ੍ਰਭੂ ਨੇ ਠਹਿਰਾਇਆ ਹੈ, ਉਹਦੇ ਵਿੱਚ ਜੇ ਅਸੀਂ ਪ੍ਰਭੂ ਦੇ ਵਿੱਚ ਮਿਹਨਤ ਕਰਕੇ ਪ੍ਰਭੂ ਦੀ ਵੇਟ ਕਰ ਰਹੇ ਹਾਂ, ਅਸੀਂ ਪ੍ਰਾਰਥਨਾ ਕਰ ਰਹੇ ਹਾਂ, 40 ਦਿਨ ਫਾਸਟਿੰਗ ਦੇ ਵਿੱਚ ਹਾਂ, 40 ਦਿਨ ਆਪਾਂ ਪ੍ਰਭੂ ਦੇ ਨਾਲ ਸਮਾਂ ਬਿਤਾ ਰਹੇ ਹਾਂ, ਆਪਾਂ ਪ੍ਰਭੂ ਦੀ ਵੇਟ ਕਰ ਰਹੇ ਹਾਂ। ਪ੍ਰਭੂ ਅੱਜ ਮੈਨੂੰ ਬਲੈਸ ਕਰੋ, ਪ੍ਰਭੂ ਅੱਜ ਮੈਨੂੰ ਹੋਰ ਜ਼ਿਆਦਾ ਕਰੋ। ਪਰਮੇਸ਼ਵਰ ਅੱਜ ਮੈਨੂੰ ਆਪਣੀ ਆਸ਼ੀਸ਼ ਦਿਓ। ਪ੍ਰਭੂ ਅੱਜ ਮੈਨੂੰ ਹੋਰ ਆਪਣੇ ਗਿਫਟ ਦਿਓ। ਪ੍ਰਭੂ ਮੈਨੂੰ ਹੋਰ ਇਸਤੇਮਾਲ ਕਰੋ। ਪ੍ਰਭੂ ਮੈਂ ਆਪਣੀ ਲਾਈਫ ਦੇ ਵਿੱਚ, ਆਪਣੇ ਘਰ ਘਰਾਣੇ 'ਚ, ਆਪਣੇ ਰਿਸ਼ਤੇਦਾਰਾਂ 'ਚ ਸੇਮ ਨਾ ਰਵਾਂ। ਅਸੀਂ ਪ੍ਰਾਰਥਨਾ ਕਰ ਰਹੇ, ਡੇ ਬਾਏ ਡੇ, ਦਿਨ ਪ੍ਰਤੀ ਦਿਨ ਅਸੀਂ ਪ੍ਰਾਰਥਨਾ ਕਰਦੇ ਜਾ ਰਹੇ ਹਾਂ ਔਰ ਪ੍ਰਭੂ ਦੀ ਵੇਟ ਕਰ ਰਹੇ ਹਾਂ। ਹਾਲੇਲੂਇਆ।
ਪ੍ਰਭੂ ਦੀ ਵੇਟ ਕਰ ਰਹੇ ਹਾਂ, ਔਰ ਵੇਟ ਕਰਦੇ ਹੋਏ ਅਸੀਂ ਪ੍ਰਭੂ ਦੇ ਇਹਨਾਂ ਜੋ ਪ੍ਰਭੂ ਨੇ ਵਾਅਦਾ ਕੀਤਾ ਹੈ, ਆਮੈਨ, ਜੋ ਪ੍ਰਭੂ ਨੇ ਵਾਅਦਾ ਕੀਤਾ, ਜੇ ਤੁਸੀਂ ਵੇਟ ਕਰ ਰਹੇ ਹੋ ਤੁਸੀਂ ਨਵੇਂ ਸਿਰਿਓਂ ਲਿਖਿਆ ਆ ਬਲ ਪਾਓਗੇ, ਆਮੈਨ, ਨਵੇਂ ਸਿਰਿਓਂ ਬਲ ਪਾਓਗੇ, ਉੱਡੋਗੇ, ਆਮੈਨ, ਹਾਲੇਲੂਇਆ, ਉਕਾਬਾਂ ਦੀ ਤਰ੍ਹਾਂ ਉੱਡੋਗੇ। ਪ੍ਰਭੂ ਕਹਿੰਦਾ ਮੈਂ ਤੁਹਾਨੂੰ ਉਡਾਵਾਂਗਾ, ਉੱਚਾ ਕਰਾਂਗਾ, ਹਾਲੇਲੂਇਆ। ਜਿੰਨੇ ਤੁਸੀਂ ਵੇਟ ਕਰ ਰਹੇ ਹੋ ਪ੍ਰਭੂ ਦੇ ਪ੍ਰੋਮਿਸਿਸ ਦੀ ਵੇਟ ਕਰ ਰਹੇ ਹੋ ਕਿ ਤੁਹਾਡੀ ਲਾਈਫ 'ਚ ਪੂਰੇ ਹੋਣ, ਤੁਹਾਨੂੰ ਪ੍ਰਭੂ ਦੇ ਵਾਅਦੇ ਦਿੱਤੇ ਜਾ ਚੁੱਕੇ ਨੇ ਔਰ ਤੁਸੀਂ ਉਹਨਾਂ ਦੀ ਵੇਟ ਕਰ ਰਹੇ ਹੋ, ਪ੍ਰਭੂ ਤੁਹਾਨੂੰ ਉਕਾਬਾਂ ਦੀ ਤਰ੍ਹਾਂ ਉਡਾਏਗਾ, ਹਾਲੇਲੂਇਆ। ਪ੍ਰਭੂ ਤੁਹਾਨੂੰ ਥੱਕਣ ਨਹੀਂ ਦੇਗਾ, ਪ੍ਰਭੂ ਤੁਹਾਨੂੰ ਹੁਸਨ ਨਹੀਂ ਦੇਗਾ। ਥੱਕਣਾ ਹੁਸਨਾ ਮਤਲਬ ਕਿ ਤੁਸੀਂ ਅੱਕ ਕੇ ਨਹੀਂ ਬੈਠ ਜਾਓਗੇ ਕਿ ਮੈਂ ਲਾਸਟ ਤੇ ਇਹ ਨਹੀਂ ਕਹੋਗੇ ਕਿ ਮੈਂ ਇੰਨੀ ਵੇਟ ਕੀਤੀ ਮੈਨੂੰ ਕੁਝ ਨਹੀਂ ਮਿਲਿਆ। ਤੁਹਾਡਾ ਲਾਸਟ ਆਨਸਰ ਇਹ ਨਹੀਂ ਹੋਏਗਾ, ਆਮੈਨ, ਤੁਹਾਡਾ ਲਾਸਟ ਆਨਸਰ ਇਹ ਨਹੀਂ ਹੋਏਗਾ ਕਿ ਮੈਂ ਬਹੁਤ ਵੇਟ ਕੀਤੀ, ਮੈਂ ਬਹੁਤ ਮਿਹਨਤ ਕੀਤੀ ਪਰ ਮੈਨੂੰ ਕੁਝ ਨਹੀਂ ਮਿਲਿਆ। ਇੱਦਾਂ ਕਦੀ ਨਹੀਂ ਹੋ ਸਕਦਾ। ਜੇ ਅਸੀਂ ਪ੍ਰਭੂ ਦੇ ਵਿੱਚ ਮਿਹਨਤ ਕਰੀਏ ਤੇ ਸਾਨੂੰ ਨਾ ਮਿਲੇ, ਆਮੈਨ। ਮੈਂ ਕਿਉਂ ਨਾ ਬੋਲਡਲੀ ਬੋਲ ਰਹੀ ਹਾਂ, ਕਿਉਂਕਿ ਮੇਰੀ ਲਾਈਫ ਦੇ ਐਕਸਪੀਰੀਅੰਸ ਨੇ। ਮੈਂ ਪ੍ਰਭੂ ਦੀ ਵੇਟ ਕੀਤੀ, ਪ੍ਰਭੂ ਨੇ ਮੈਨੂੰ ਬਲੈਸ ਕੀਤਾ, ਹਾਲੇਲੂਇਆ। ਮੈਂ ਪ੍ਰਭੂ 'ਚ ਮਿਹਨਤ ਕਰ ਰਹੀ ਹਾਂ, ਪ੍ਰਭੂ ਮੈਨੂੰ ਅੱਗੇ ਵਧਾ ਰਿਹਾ ਹੈ, ਹਾਲੇਲੂਇਆ। ਪ੍ਰਭੂ 'ਚ ਤੁਸੀਂ ਮਿਹਨਤ ਕਰ ਰਹੇ ਹੋ, ਤੁਸੀਂ ਪ੍ਰਾਰਥਨਾ ਕਰ ਰਹੇ ਹੋ, ਵਚਨ ਪੜ੍ਹ ਰਹੇ ਹੋ, ਪ੍ਰਭੂ ਦੀ ਵੇਟ ਕਰ ਰਹੇ ਹੋ, ਉਸ ਪ੍ਰਾਰਥਨਾ ਦੀ ਵੇਟ ਕਰ ਰਹੇ ਹੋ, ਜੋ ਪ੍ਰਾਰਥਨਾ ਤੁਸੀਂ ਲਗਾਤਾਰ ਕਰ ਰਹੇ ਹੋ ਉਹਦੀ ਆਨਸਰ ਦੀ ਵੇਟ ਕਰ ਰਹੇ ਹੋ। ਇੱਕ ਗੱਲ ਯਾਦ ਰੱਖਣਾ, ਤੁਸੀਂ ਨਵੇਂ ਸਿਰਿਓਂ ਬਲ ਨੂੰ ਪ੍ਰਾਪਤ ਕਰੋਗੇ। ਪ੍ਰਭੂ ਤੁਹਾਨੂੰ ਸ਼ਰਮਿੰਦਾ ਨਹੀਂ ਹੋਣ ਦੇਗਾ, ਹਾਲੇਲੂਇਆ। ਪ੍ਰਭੂ ਸਾਨੂੰ ਸ਼ਰਮਿੰਦਾ ਨਹੀਂ ਹੋਣ ਦੇਗਾ। ਚਾਹੇ ਅੱਜ ਤੁਹਾਨੂੰ ਬੱਚਿਆਂ ਦੀ ਲੋੜ ਹੈ, ਚਾਹੇ ਅੱਜ ਤੁਹਾਨੂੰ ਮੈਰਿਜ ਦੀ ਲੋੜ ਹੈ, ਚਾਹੇ ਅੱਜ ਤੁਹਾਨੂੰ ਪੈਸੇ ਦੀ ਲੋੜ ਹੈ, ਚਾਹੇ ਅੱਜ ਤੁਹਾਨੂੰ ਕਿਸੇ ਲੈਵਲ ਦੀ ਲੋੜ ਹੈ, ਜੌਬ ਦੀ ਜ਼ਰੂਰਤ ਹੈ, ਕੁਝ ਵੀ ਸਾਡੀ ਲਾਈਫ ਦੇ ਵਿੱਚ ਹੋ ਸਕਦਾ ਹੈ, ਕਿਉਂਕਿ ਸਾਰਿਆਂ ਕੋਲ ਅਲੱਗ-ਅਲੱਗ ਪਲਾਨ ਨੇ ਔਰ ਅਲੱਗ-ਅਲੱਗ ਚੀਜ਼ਾਂ ਨੇ ਮੰਗਣ ਦੇ ਲਈ। ਕੁਝ ਵੀ ਤੁਸੀਂ ਅੱਜ ਪ੍ਰਭੂ ਤੋਂ ਮੰਗ ਰਹੇ ਹੋ, ਪ੍ਰਭੂ ਨੂੰ ਕਹੋ, ਪ੍ਰਭੂ ਮੈਂ ਤੇਰੀ ਵੇਟ ਕਰ ਰਿਹਾ ਹਾਂ, ਹਾਲੇਲੂਇਆ। ਪਰਮੇਸ਼ਵਰ ਮੈਂ ਤੁਹਾਡੀ ਵੇਟ ਕਰ ਰਿਹਾ ਹਾਂ, ਮੈਂ ਤੁਹਾਡੀ ਵੇਟ ਕਰ ਰਹੀ ਹਾਂ, ਤੁਸੀਂ ਮੈਨੂੰ ਬਲੈਸ ਕਰੋ ਔਰ ਮੈਂ ਇੱਕ ਗਵਾਹੀ ਦੇ ਨਾਲ ਖੜੀ ਹੋਵਾਂ, ਹਾਲੇਲੂਇਆ। ਇੱਕ ਬਲ ਦੇ ਨਾਲ, ਇੱਕ ਸ਼ਕਤੀ ਦੇ ਨਾਲ, ਇੱਕ ਸਾਮਰਥ ਦੇ ਨਾਲ ਖੜੀ ਹੋ ਕੇ ਤੁਹਾਡੀ ਗਵਾਹੀ ਦੇਵਾਂ, ਹਾਲੇਲੂਇਆ। ਲਿਖਿਆ ਕਿ ਉਹ ਨਵੇਂ ਸਿਰਿਓਂ ਬਲ ਨੂੰ ਪ੍ਰਾਪਤ ਕਰਨਗੇ, ਆਮੈਨ। I wait for gift, holy things. God bless you. ਪ੍ਰਭੂ ਤੁਹਾਨੂੰ ਬਲੈਸ ਕਰੇ। ਤੁਸੀਂ ਪ੍ਰਭੂ ਦੇ ਗਿਫਟ ਦੀ ਵੇਟ ਕਰ ਰਹੇ ਹੋ, ਹਾਲੇਲੂਇਆ। ਪ੍ਰਭੂ ਦੇ ਗਿਫਟ ਸਾਡੀ ਲਾਈਫ 'ਚ ਹੋਣੇ ਵੀ ਬਹੁਤ ਜ਼ਰੂਰੀ ਨੇ। ਦੁਨੀਆਦਾਰੀ ਦੀਆਂ ਚੀਜ਼ਾਂ ਹੀ ਕਾਫੀ ਨਹੀਂ ਹੈ, ਹਾਲੇਲੂਇਆ। ਪ੍ਰਭੂ ਦੇ ਗਿਫਟ, ਪ੍ਰਭੂ ਦਾ ਆਤਮਾ, ਪ੍ਰਭੂ ਦੀ ਸਾਮਰਥ ਸਾਡੀ ਲਾਈਫ ਦੇ ਵਿੱਚ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਪ੍ਰਭੂ ਯੀਸ਼ੂ ਮਸੀਹ ਸਾਡੇ ਕੋਲ ਹੋਣਾ ਬਹੁਤ ਜ਼ਰੂਰੀ ਹੈ, ਹਾਲੇਲੂਇਆ। ਉਹਦੇ ਵਿੱਚ ਹੀ ਅਸੀਂ ਰਹਿ ਕੇ ਸਭ ਕੁਝ ਕਰ ਸਕਦੇ ਹਾਂ। ਔਰ ਅੱਜ ਦਾ ਵਚਨ ਜੋ ਮੈਂ ਤੁਹਾਨੂੰ ਸਿਖਾ ਰਹੀ ਹਾਂ, ਯਹੋਵਾ ਨੂੰ ਉਡੀਕਣ ਵਾਲੇ ਨਵੇਂ ਸਿਰਿਓਂ ਬਲ ਨੂੰ ਪਾਉਣਗੇ, ਉਕਾਬਾਂ ਵਾਂਗੂ ਖੰਭਾਂ ਉੱਤੇ ਉੱਡਣਗੇ, ਥੱਕਣਗੇ ਨਹੀਂ, ਹੁੱਸਣਗੇ ਨਹੀਂ, ਸ਼ਰਮਿੰਦੇ ਨਹੀਂ ਹੋਣਗੇ, ਅੱਕ ਕੇ ਨਹੀਂ ਬੈਠ ਜਾਣਗੇ, ਪਰ ਉਹ ਦਿਨ ਪ੍ਰਤੀ ਦਿਨ ਪ੍ਰਭੂ ਉਹਨਾਂ ਨੂੰ ਆਪਣੀ ਸਾਮਰਥ ਦੇ ਨਾਲ ਭਰਦਾ ਜਾਏਗਾ, ਉਹਨਾਂ ਨੂੰ ਨਵਾਂ ਬਲ ਦਿੰਦਾ ਜਾਏਗਾ। ਉਹ ਸ਼ਰਮਿੰਦੇ ਨਹੀਂ ਹੋਣਗੇ। ਬਾਈਬਲ ਦੇ ਵਿੱਚ ਲਿਖਿਆ, ਆਮੈਨ। ਪ੍ਰਭੂ ਦੇ ਵਚਨ 'ਚ ਲਿਖਿਆ ਕਿ ਜਿਹੜੇ ਮੇਰੀ ਔਰ ਤੱਕਣਗੇ ਉਹ ਸ਼ਰਮਿੰਦੇ ਨਹੀਂ ਹੋਣਗੇ, ਉਹਨਾਂ ਦੇ ਮੂੰਹ ਕਦੇ ਕਾਲੇ ਨਹੀਂ ਹੋਣਗੇ। ਪਰ ਸਭ ਤੋਂ ਪਹਿਲਾਂ ਸਾਨੂੰ ਉਹਦੇ ਵੱਲ ਤੱਕਣ ਦੀ ਜ਼ਰੂਰਤ ਹੈ, ਹਾਲੇਲੂਇਆ। ਪ੍ਰਭੂ ਵੱਲ ਦੇਖਣ ਦੀ ਜ਼ਰੂਰਤ ਹੈ। ਥੈਂਕ ਯੂ ਜੀਸਸ। ਪ੍ਰਭੂ ਵੱਲ ਦੇਖ ਰਹੇ ਹਾਂ, ਪ੍ਰਭੂ ਵੱਲ ਤੱਕ ਰਹੇ ਹਾਂ, ਪ੍ਰਭੂ ਦੀ ਵੇਟ ਕਰ ਰਹੇ ਹਾਂ, ਪ੍ਰਭੂ ਦੇ ਆਨਸਰ ਦੀ ਵੇਟ ਕਰ ਰਹੇ ਹਾਂ। ਅਸੀਂ ਸ਼ਰਮਿੰਦੇ ਨਹੀਂ ਹੋਵਾਂਗੇ, ਆਮੈਨ। ਪ੍ਰਭੂ ਦੀ ਸਾਮਰਥ ਦੇ ਨਾਲ ਖੜੇ ਹੋਵਾਂਗੇ। ਥੈਂਕ ਯੂ ਜੀਸਸ। ਔਰ ਮੈਂ ਤੁਹਾਨੂੰ ਦੱਸ ਰਹੀ ਸੀ, ਮੈਂ ਜਦੋਂ ਅਸੀਂ ਪ੍ਰਾਰਥਨਾ ਕਰ ਰਹੇ ਸੀ ਸਟਾਰਟਿੰਗ ਦੇ ਵਿੱਚ, ਮੈਂ ਇੱਕ ਦਰਸ਼ਨ ਨੂੰ ਦੇਖ ਰਹੀ ਸੀ। ਮੈਂ ਦੇਖ ਰਹੀ ਸੀ ਜਿਸ ਤਰ੍ਹਾਂ ਕੋਈ ਜਿਹੜੇ ਮੱਛੀਆਂ ਫੜਨ ਵਾਲੇ, ਤੁਸੀਂ ਨੈੱਟ ਵੇਖੇ ਹੋਣਗੇ, ਜਾਲ ਵੇਖੇ ਹੋਣਗੇ, ਔਰ ਇੱਕ ਸਟਿੱਕ ਵੀ ਦੇਖੀ ਹੋਏਗੀ, ਜਿਹੜੀ ਸੋਟੀ ਦੇ ਨਾਲ, ਜਿਹੜੀ ਸਟਿੱਕ ਦੇ ਨਾਲ ਉਹਨਾਂ ਨੇ ਜਾਲ ਨੂੰ ਅੱਗੇ ਬੰਨਿਆ ਹੁੰਦਾ ਹੈ, ਹਾਲੇਲੂਇਆ। ਮੈਂ ਆਤਮਾ ਦੇ ਵਿੱਚ ਜਦੋਂ ਅਸੀਂ ਪ੍ਰਾਰਥਨਾ ਕਰ ਰਹੇ ਸੀ, ਮੈਂ ਦੇਖ ਰਹੀ ਸੀ ਕਿ ਉਹ ਸਟਿੱਕ ਆ ਔਰ ਉਹਦੇ ਅੱਗੇ ਜਾਲ ਜਿਹੜੇ ਨੇ ਉਹ ਬੰਨੇ ਜਾ ਚੁੱਕੇ ਨੇ, ਹਾਲੇਲੂਇਆ, ਆਮੈਨ। ਪ੍ਰਭੂ ਯੀਸ਼ੂ ਮਸੀਹ ਦੀ ਪਤਰਸ ਦੀ ਸਟੋਰੀ ਤੁਹਾਨੂੰ ਯਾਦ ਹੋਏਗੀ। ਪ੍ਰਭੂ ਯੀਸ਼ੂ ਮਸੀਹ ਔਰ ਪਤਰਸ, ਉਹਨਾਂ ਦਾ ਚੇਲਾ। ਪਤਰਸ ਕਹਿਣ ਲੱਗਾ, ਪ੍ਰਭੂ ਅਸੀਂ ਸਾਰੀ ਰਾਤ ਮਿਹਨਤ ਕੀਤੀ ਪਰ ਕੁਝ ਵੀ ਨਾ ਲੱਭਾ। ਪ੍ਰਭੂ ਯੀਸ਼ੂ ਮਸੀਹ ਨੇ ਕਿਹਾ, ਜਾਲ ਸੱਜੇ ਪਾਸੇ ਪਾ ਦੇ, ਹਾਲੇਲੂਇਆ, ਜਾਲ ਸੱਜੇ ਪਾਸੇ ਪਾ ਦੇ। ਔਰ ਜਦੋਂ ਪਤਰਸ ਨੇ ਪ੍ਰਭੂ ਯੀਸ਼ੂ ਮਸੀਹ ਦੀ ਗੱਲ ਨੂੰ ਮੰਨਿਆ, ਜਾਲ ਪਾਇਆ,
ਔਰ ਬਹੁਤ ਸਾਰੀਆਂ ਮੱਛੀਆਂ ਉਸ ਜਾਲ ਦੇ ਵਿੱਚ ਆ ਗਈਆਂ। ਇੱਥੋਂ ਤੱਕ ਲਿਖਿਆ ਹੈ ਕਿ ਉਹ ਟੁੱਟਣ ਤੱਕ ਆ ਗਏ। ਉਹਨਾਂ ਨੇ ਦੂਸਰਿਆਂ ਨੂੰ ਵੀ ਬੁਲਾਇਆ, ਆਓ ਔਰ ਸਾਡੇ ਨਾਲ ਇਹ ਜਾਲ ਖਿੱਚੋ। ਆਮੈਨ। ਜਦੋਂ ਅਸੀਂ ਪ੍ਰਾਰਥਨਾ ਕਰ ਰਹੇ ਸੀ, ਮੈਂ ਤੁਹਾਨੂੰ ਦੱਸ ਰਹੀ ਹਾਂ, ਮੈਂ ਇੱਕ ਵਿਜ਼ਨ ਦੇਖ ਰਹੀ ਸੀ, ਇੱਕ ਨੈਟ ਦੇਖ ਰਹੀ ਸੀ, ਇੱਕ ਸਟਿੱਕ ਦੇਖ ਰਹੀ ਸੀ, ਇੱਕ ਸੋਟੀ ਆ, ਉਹਦੇ ਨਾਲ ਜਾਲ ਜਿਹੜੇ ਨੇ ਉਹ ਲੱਗ ਚੁੱਕੇ ਨੇ। ਹਾਲੇਲੂਇਆ। ਜਾਲ ਲੱਗ ਚੁੱਕੇ ਨੇ ਔਰ ਜਾਲ ਲੱਗ ਕੇ ਪੂਰੀ ਤਿਆਰੀ ਦੇ ਨਾਲ ਖੜੇ ਆ। ਹਾਲੇਲੂਇਆ। ਔਰ ਜਿੱਦਾਂ ਹੀ ਅਸੀਂ ਪ੍ਰਾਰਥਨਾ ਕਰਦੇ ਰਹੇ ਔਰ ਮੈਂ ਦੇਖਿਆ ਉਹ ਜਾਲ ਪਹਿਲਾਂ ਖਾਲੀ ਸੀ ਔਰ ਨਾਲ ਦੀ ਨਾਲ ਹੀ ਉਹ ਜਾਲ ਆਪਣੇ ਆਪ ਭਰ ਗਏ। ਹਾਲੇਲੂਇਆ। ਉਹ ਜਾਲ ਭਰ ਗਏ ਔਰ ਬਹੁਤ ਜ਼ਿਆਦਾ ਉਹ ਭਰ ਗਏ ਔਰ ਪਤਾ ਨਹੀਂ ਉਹਨਾਂ ਦੇ ਵਿੱਚ ਕੀ ਸੀ, ਮੱਛੀਆਂ ਹੀ ਹੋ ਸਕਦੀਆਂ। ਉਹ ਜਾਲ ਬਹੁਤ ਜ਼ਿਆਦਾ ਭਰ ਗਏ ਔਰ ਪੂਰਾ ਟਾਈਟ ਹੋ ਗਏ। ਹਾਲੇਲੂਇਆ। ਔਰ ਮੈਂ ਤੁਹਾਨੂੰ ਦੱਸਣਾ ਚਾਹਾਂਗੀ, ਜਿੰਨੇ ਜਨ ਤੁਸੀਂ ਪ੍ਰਭੂ ਦੇ ਵਚਨ ਨੂੰ ਸੁਣ ਰਹੇ ਹੋ, ਪ੍ਰਭੂ ਦੇ ਵਚਨ ਨੂੰ ਮੰਨ ਰਹੇ ਹੋ, ਆਮੈਨ, ਤੁਸੀਂ ਵੀ ਉਹਨਾਂ ਦੇ ਤਰ੍ਹਾਂ ਜਿਹੜੇ ਉਹ ਜਾਲ ਨੇ ਭਰਨ ਵਾਲੇ ਹੋ। ਹਾਲੇਲੂਇਆ। ਤੁਸੀਂ ਜਿਹੜੀ ਵੇਟ ਕਰ ਰਹੇ ਸੀ ਉਹ ਜਾਲ ਲੈ ਕੇ ਕਿ ਕਦੋਂ ਮੈਂ ਮੱਛੀ ਫੜਾਂ, ਕਦੋਂ ਮੈਂ ਆਪਣੀ ਨੌਕਰੀ ਨੂੰ ਲਵਾਂ, ਕਦੋਂ ਮੈਂ ਮੈਰਿਜ ਨੂੰ, ਕਦੋਂ ਬੱਚਿਆਂ ਨੂੰ, ਕਦੋਂ ਪੈਸੇ ਨੂੰ, ਕਦੋਂ ਆਪਣਾ ਜਿਹੜੀ ਚੀਜ਼ ਹੈ ਜਿਹਦੇ ਵਾਸਤੇ ਤੁਸੀਂ ਵੇਟ ਕਰ ਰਹੇ ਸੀ, ਕਦੋਂ ਮੈਂ ਇਹ ਚੀਜ਼ ਆਪਣੀ ਲਾਈਫ ਦੇ ਵਿੱਚ ਲਵਾਂਗੀ। ਔਰ ਮੈਂ ਤੁਹਾਨੂੰ ਕਹਿਣਾ ਚਾਹਾਂਗੀ, ਉਹ ਵੇਟ ਜਿਹੜੀ ਆ ਪਰਮੇਸ਼ਰ ਨੇ ਮੈਨੂੰ ਦਿਖਾਇਆ ਬਹੁਤ ਜਲਦੀ ਤੁਹਾਡੀ ਖਤਮ ਹੋਣ ਵਾਲੀ ਹੈ। ਆਮੈਨ। ਕਿਉਂਕਿ ਉਹ ਭਰ ਚੁੱਕੇ ਨੇ। ਹਾਲੇਲੂਇਆ। ਪ੍ਰਭੂ ਤੁਹਾਨੂੰ ਉਹ ਦੇਣ ਜਾ ਰਿਹਾ ਬਹੁਤ ਜਲਦ ਜੋ ਤੁਸੀਂ ਪ੍ਰਾਰਥਨਾ ਕਰ ਰਹੇ ਹੋ। ਹਾਲੇਲੂਇਆ। ਜੋ ਤੁਸੀਂ ਪ੍ਰਾਰਥਨਾ ਕਰ ਰਹੇ ਹੋ, ਪ੍ਰਭੂ ਤੁਹਾਨੂੰ ਬਹੁਤ ਜਲਦ ਦੇਣ ਜਾ ਰਹੇ ਨੇ। ਆਮੈਨ। ਉਹ ਜਾਲ ਖਾਲੀ ਸੀ ਜਿਹੜੇ ਉਹ ਵੇਟਿੰਗ ਦੇ ਨਾਲ, ਪ੍ਰਭੂ ਦੀ ਵੇਟਿੰਗ ਦੇ ਨਾਲ, ਪਰਮੇਸ਼ਰ ਦੇ ਉੱਤੇ ਵਿਸ਼ਵਾਸ ਕਰਕੇ ਵੇਟ ਕਰ ਰਹੇ ਨੇ ਜਿਹੜੇ ਮੇਰੇ ਨਾਲ। अनीता, ओके अनीता, मैं इनसे बोल रही हूँ, प्रभु में वेट करो, प्रभु में थोड़ा तुम लोग इंतज़ार करो, क्योंकि प्रभु का वचन हमें यही सिखाता है, इंतज़ार करना। जब हम इंतज़ार करेंगे, प्रभु उस इंतज़ार को ख़त्म कर देंगे, क्योंकि प्रभु के वचन में लिखा हुआ है, जो प्रभु का वेट करते हैं, प्रभु का इंतज़ार करते हैं, वो नया बल प्राप्त करेंगे, वो श्रमित ना होंगे। आमीन। उनके मुंह कभी काले नहीं होंगे। हालेलुया। उन्होंने मुंह कदे काले नहीं होंगे और वो जड़े जाल ने वो ताड़े भर चुके ने। ओके रमेश, आई वेट फॉर माई वर्शिप रिवाइवल। गॉड ब्लेस यू। जड़ी तुसी वेट कर रहे हो, जो आप लोग वेट कर रहे हो, आई बिलीव अगर आप लोग परमेश्वर में वेट करते रहोगे, प्रभु बहुत जल्द उसको पूरा कर रहे हैं। आमेन। हालेलुया। मैं बहुत प्रभु ਦੇ ਆਤਮਾ ਦੇ ਵਿੱਚ ਦੇਖ ਰਹੀ ਸੀ, ਪ੍ਰਭੂ ਉਹਨਾਂ ਨੂੰ ਜਾਲ ਜਿਹੜੇ ਸੀ ਉਹਨਾਂ ਨੂੰ ਭਰ ਚੁੱਕਿਆ ਹੈ। ਹਾਲੇਲੂਇਆ। ਤੁਹਾਡੀ ਪ੍ਰਾਰਥਨਾ ਜਿਹੜੀ ਆ ਉਹ ਪ੍ਰਭੂ ਮੈਨੂੰ ਦੱਸ ਰਹੇ ਸੀ ਉਹ ਸੁਣੀ ਜਾ ਚੁੱਕੀ ਹੈ। ਆਮੈਨ। प्रार्थना प्रभु बोल रहे सी, जो प्रार्थना लॉन्ग टाइम से, लंबे समय से कर रहे हो, प्रभु में वेट करते हुए, वो सुनी जा चुकी है। आमेन। हालेलुया। थैंक यू जीसस। और आज प्रभु के वचन में से जो प्रभु ने मुझे सिखाया वो मैं आप लोगों तक पहुंचा पाई। जो प्रभु ने मैंने सिखाया वो मैं तुहानू सिखा दिता है और ओदे ते अमल करना, ओदे ते चलना साडी रिस्पॉन्सिबिलिटी है। जो प्रभु वेट करो और वेट करो, कोई भी शॉर्टकट्स ना लभो। हालेलुया। कोई भी शॉर्टकट अपनी लाइफ दे विच ना देखो। ये ना देखो कि शॉर्टकट करके शायद मैं कोई ब्लैसिंग लै लवांगा। शॉर्टकट दे विच कोई भी ब्लैसिंग नहीं है। हालेलुया। शॉर्टकट दे विच कोई भी ब्लैसिंग नहीं है। प्रभु ने जो विधियां, जो कानून, जो नियम बनाए ने वो सानू फॉलो करने पैणगे, चाहे कितना भी टाइम क्यों ना लगे। हालेलुया। फिर ही असी यहोवा नू उड़ीकण वाले होवांगे। ये शायद 40 ਦੀ 31 ਦੇ ਵਿੱਚ ਲਿਖਿਆ। फिर ही असी यहोवा नू उड़ीकण वाले होवांगे। फिर ही असी प्रभु नू उड़ीकण वाले होवांगे। आमीन। फिर ही असी नवा बल प्राप्त करांगे। फिर ही असी दौड़ांगे, थकांगे नहीं। हालेलुया। प्रभु तुहानू सारिਆਂ ਨੂੰ ब्लैस करे। मेरे टीचर्स भी देख रहे ने। शैरन मैम, आई एम टीचिंग माई यूथ about wait upon the Lord. Hallelujah. प्रभु तुहानू ब्लैस करे। और मैं देख रही सी वो जाल जड़े सी
ਉਹ ਭਰ ਚੁੱਕੇ ਨੇ। ਹਾਲੇਲੂਇਆ। ਉਹ ਜਿਹੜੇ ਜਾਲ ਸੀ ਉਹ ਭਰ ਚੁੱਕੇ ਨੇ। ਹਾਲੇਲੂਇਆ। ਪਰਮੇਸ਼ਰ ਸਾਡੀਆਂ ਪ੍ਰਾਰਥਨਾਵਾਂ ਨੂੰ ਸੁਣ ਰਿਹਾ ਹੈ ਔਰ ਅੱਜ ਪ੍ਰਭੂ ਦੀ ਦਇਆ ਦੇ ਨਾਲ 3rd ਫਾਸਟ ਅਸੀਂ ਕੰਪਲੀਟ ਕਰ ਚੁੱਕੇ ਹਾਂ ਔਰ ਕੱਲ ਸਾਡਾ ਚੌਥਾ ਜਿਹੜਾ ਫਾਸਟ ਹੈ ਉਹ ਸ਼ੁਰੂ ਹੋਏਗਾ ਸਵੇਰ 5 ਵਜੇ ਤੋਂ ਸ਼ਾਮ ਦੇ 5 ਵਜੇ ਤੱਕ। ਆਮੇਨ। ਔਰ ਪ੍ਰਭੂ ਦੇ ਵਚਨ ਜਿਸ ਤਰ੍ਹਾਂ ਤੁਸੀਂ ਸਿੱਖ ਰਹੇ ਹੋ, ਜੋ ਸਿੱਖ ਰਹੇ ਹੋ ਇਹਦੇ ਵਿੱਚੋਂ ਇਹਨਾਂ ਨੂੰ ਯਾਦ ਰੱਖਣਾ। ਫਸਟ ਡੇ ਤੁਹਾਨੂੰ ਮੈਂ ਸਿਖਾ ਰਹੀ ਸੀ ਕਿਸ ਤਰ੍ਹਾਂ ਅਸੀਂ ਉਹਨਾਂ ਸ਼ਕਤੀਆਂ ਨਾਲ ਲੜਨਾ ਹੈ ਔਰ ਲਗਾਤਾਰ ਸਾਨੂੰ ਪ੍ਰਭੂ ਦੇ ਫਾਸਟਿੰਗ ਦੇ ਵਿੱਚ, ਵਰਤ ਦੇ ਵਿੱਚ, ਪ੍ਰਾਰਥਨਾ ਦੇ ਵਿੱਚ ਬਣੇ ਰਹਿਣ ਦੀ ਲੋੜ ਹੈ। ਆਮੇਨ। ਯੈਸ ਮੈਮ, ਪ੍ਰੇਜ਼ ਗॉड। ਕਿਸ ਤਰ੍ਹਾਂ ਸਾਨੂੰ ਲੜਨ ਦੀ ਜ਼ਰੂਰਤ ਹੈ ਉਹਨਾਂ ਸ਼ਕਤੀਆਂ ਦੇ ਨਾਲ। ਹਾਲੇਲੂਇਆ। ਕਿਸ ਤਰ੍ਹਾਂ ਅਸੀਂ ਪ੍ਰਭੂ ਦੇ ਵਿੱਚ ਜਿੱਤਣਾ ਹੈ, ਕਿਸ ਤਰ੍ਹਾਂ ਅਸੀਂ ਫਤਿਹ ਪਾਉਣੀ ਆ। ਔਰ ਪ੍ਰਭੂ ਸਾਨੂੰ ਕਹਿ ਰਿਹਾ ਹੈ ਕਿ ਤੁਸੀਂ ਇਹਨਾਂ ਵਰਤਾਂ ਦੇ ਵਿੱਚ ਥੱਕ ਨਾ ਜਾਣਾ। 5 ਵਰਤ ਰੱਖ ਕੇ ਬੰਦ ਨਾ ਕਰ ਦੇਣਾ। 10 ਵਰਤਾਂ ਤੋਂ ਬਾਅਦ ਬੰਦ ਨਾ ਕਰਨਾ, ਵੇਟ ਕਰਦੇ ਰਹਿਣਾ ਅੰਟਿਲ ਜਦੋਂ ਤੱਕ 40 ਫਾਸਟ ਕੰਪਲੀਟ ਨਾ ਹੋ ਜਾਣ। ਹਾਲੇਲੂਇਆ। ਆਮੇਨ। ਜਦੋਂ ਤੱਕ ਤੁਹਾਡੇ ਪੂਰਾ ਜਿਹੜਾ ਸੀ ਪ੍ਰਭੂ ਦੇ ਨਾਲ ਨਿਯਮ ਬੰਨਿਆ, ਪ੍ਰਭੂ ਦੇ ਨਾਲ ਵਾਅਦਾ ਕੀਤਾ, ਪ੍ਰਭੂ 40 ਦਿਨ ਮੈਂ ਤੇਰੀ ਬਾਂਟ ਜਵਾਂਗਾ। ਪਰਮੇਸ਼ਰ 40 ਦਿਨ ਮੈਂ ਤੁਹਾਨੂੰ ਉਡੀਕਾਂਗਾ। ਪ੍ਰਭੂ 40 ਦਿਨ ਮੈਂ ਤੁਹਾਡੇ ਨਾਲ ਬਿਤਾਉਣ ਲਈ ਤਿਆਰ ਹਾਂ। ਮੂਸਾ ਨੇ ਬਿਤਾਏ ਪਰਮੇਸ਼ਰ ਪਿਤਾ, ਮੈਂ ਵੀ ਬਿਤਾ ਸਕਦਾ ਹਾਂ। ਹਾਲੇਲੂਇਆ। ਜਦੋਂ ਅਸੀਂ ਪੂਰੇ ਦਿਨ ਪ੍ਰਭੂ ਦੇ ਨਾਲ ਬਿਤਾਵਾਂਗੇ ਅਸੀਂ ਆਪਣੀ ਲਾਈਫ ਦੇ ਵਿੱਚ ਇੱਕ ਬ੍ਰੇਕ ਥਰੂ ਵੇਖਾਂਗੇ। ਆਮੇਨ। ਹਾਲੇਲੂਇਆ। ਆਪਣੀ ਲਾਈਫ ਦੇ ਵਿੱਚ ਇੱਕ ਵੱਡਾ ਬ੍ਰੇਕ ਥਰੂ ਦੇਖਾਂਗੇ। ਪਰਮੇਸ਼ਰ ਇੱਕ ਨਵੀਂ ਚੀਜ਼ ਸਾਡੀ ਲਾਈਫ ਦੇ ਵਿੱਚ ਕਰਨਗੇ, ਸਾਡੀ ਫੈਮਲੀਜ਼ ਦੇ ਵਿੱਚ ਕਰਨਗੇ। ਹਾਲੇਲੂਇਆ। ਪ੍ਰਭੂ ਤੁਹਾਨੂੰ ਸਾਰਿਆਂ ਨੂੰ ਬਲੈਸ ਕਰੇ। ਵੇਟ ਪਰਮੇਸ਼ਰ ਦੀ ਕਰਦੇ ਰਹਿਣਾ। ਵੇਟ ਕਰਨ ਦੇ ਵਿੱਚ ਹੀ ਸਾਡੀ ਸਾਮਰਥ ਹੈ। ਹਾਲੇਲੂਇਆ। ਜਿਨ੍ਹਾਂ ਨੇ ਵੇਟ ਨਹੀਂ ਕੀਤੀ ਉਹਨਾਂ ਨੇ ਪਰਮੇਸ਼ਰ ਤੋਂ ਆਪਣੀ ਆਸ਼ੀਸ਼ ਨੂੰ ਗਵਾ ਲਿਆ। ਹਾਲੇਲੂਇਆ। ਸ਼ਾਰਟਕਟ ਦੇ ਵਿੱਚ ਕੋਈ ਬਲੈਸਿੰਗ ਨਹੀਂ ਹੈ। ਆਮੇਨ। ਸ਼ਾਰਟਕਟ ਦੇ ਵਿੱਚ ਕੋਈ ਬਲੈਸਿੰਗ ਨਹੀਂ ਹੈ, ਵੇਟ ਕਰਨੀ ਪਏਗੀ। ਹਾਲੇਲੂਇਆ। ਜੇ ਅਸੀਂ ਸੋਚੀਏ ਅਸੀਂ ਚਰਚ ਨਹੀਂ ਜਾ ਰਹੇ, ਅਸੀਂ ਬਾਈਬਲ ਨਹੀਂ ਪੜ੍ਹਨੀ, ਅਸੀਂ ਕਦੀ ਚਰਚ ਜਾਵਾਂਗੇ ਜਾਂ ਬਾਈਬਲ ਨਹੀਂ ਪੜ੍ਹਾਂਗੇ, ਰੋਜ਼ੇ ਰੱਖਣ ਦਾ ਕੋਈ ਫਾਇਦਾ ਨਹੀਂ ਹੈ, ਦਾਨ ਦੇਣ ਦਾ ਕੋਈ ਫਾਇਦਾ ਨਹੀਂ ਆ, ਇੱਦਾਂ ਸੋਚਾਂਗੇ ਜਾਂ ਕਦੀ ਚਲੇ ਜਾਵਾਂਗੇ, ਮੇਰੀ ਮਰਜ਼ੀ ਆ, ਕੁਛ ਵੀ ਹੋਣ ਵਾਲਾ ਨਹੀਂ। ਹਾਲੇਲੂਇਆ। ਸਿਸਟਮੈਟਿਕਲੀ ਕੰਮ ਕਰਾਂਗੇ। ਜੋ ਸਿਸਟਮ ਪ੍ਰਭੂ ਨੇ ਬਣਾਇਆ ਉਸ ਸਿਸਟਮ ਦੇ ਵਿੱਚ ਰਹਿ ਕੇ ਅਸੀਂ ਕੰਮ ਕਰਾਂਗੇ ਤਾਂ ਹੀ ਅਸੀਂ ਅੱਗੇ ਵਧਾਂਗੇ। ਹਾਲੇਲੂਇਆ। ਆਮੇਨ। ਸਿਸਟਮ ਦੇ ਵਿੱਚ ਰਹਿਣਾ, ਪ੍ਰਭੂ ਦੀ ਵੇਟ ਦੇ ਵਿੱਚ ਰਹਿਣਾ ਬਹੁਤ ਜ਼ਰੂਰੀ ਹੈ। ਸ਼ਾਰਟਕਟ ਨਾ ਲੱਭਣਾ ਕੋਈ ਵੀ। ਕਈ ਵਾਰੀ ਪੰਜਾਬੀ ਦੀ ਕਹਾਵਤ ਹੈ, ਕਾਲੀਆਂ ਦੇ ਅੱਗੇ ਟੋਏ। ਸ਼ਾਰਟਕਟਸ ਦੇ ਅੱਗੇ ਵੀ ਟੋਏ ਹੋ ਸਕਦੇ ਨੇ। ਹਾਲੇਲੂਇਆ। Simmi, we are really proud of you, dear Simmi, as you minister and work for His kingdom. Thank you, ma'am. Yes, only because of you, you taught me well. Thank you, ma'am, and thank you, sir. Yes, I'm in 40 days fasting with my church youth, and I'm teaching day by day as God is leading me to teach them. Daily we are praying 7 to 8, and today I am teaching them. The topic is we should wait upon the Lord. ਮੇਰੇ ਮੈਮ ਤੁਸੀਂ ਪੜ੍ਹ ਸਕਦੇ ਹੋ ਜਿਨ੍ਹਾਂ ਨੇ ਮੈਨੂੰ ਪੜ੍ਹਾਇਆ ਆ, ਕਮੈਂਟ ਕਰ ਰਹੇ ਨੇ। ਆਪਣੀ ਤਾਰੀਫ ਇਨਸਾਨ ਕਈ ਵਾਰੀ ਖੁਦ ਕਰਦਾ ਹੈ ਤੇ ਉਹਨੂੰ ਬਹੁਤ ਵਧੀਆ ਲੱਗਦਾ, ਪਰ ਤੁਸੀਂ ਦੇਖ ਸਕਦੇ ਹੋ ਪ੍ਰਭੂ ਉਹਨਾਂ ਨੂੰ ਕਿਸ ਤਰ੍ਹਾਂ ਯੂਜ਼ ਕਰ ਰਿਹਾ, ਕਿੱਦਾਂ ਪ੍ਰਭੂ ਉਹਨਾਂ ਨੂੰ ਲੈ ਕੇ ਆਇਆ ਤੁਹਾਡੇ ਸਾਰਿਆਂ ਦੇ ਸਾਹਮਣੇ, ਕਿਸ ਤਰ੍ਹਾਂ ਬੋਲ ਰਹੇ ਨੇ। ਉਹ ਮੇਰੇ ਤੇ ਕਮਾਂਡ ਕਰ ਰਹੇ ਨੇ। ਹਾਲੇਲੂਇਆ। ਪਰ ਮੈਂ ਪ੍ਰਭੂ ਤੇ ਕਮਾਂਡ ਕਰਦੀ ਹਾਂ। ਆਮੇਨ। ਮੈਂ ਤੁਹਾਨੂੰ ਕੱਲ ਵੀ ਦੱਸ ਰਹੀ ਸੀ, ਵੀ ਆਰ ਨਥਿੰਗ ਵਿਦਾਊਟ ਗੋਡ, ਵੀ ਆਰ ਨਥਿੰਗ ਵਿਦਾਊਟ ਹਿਮ। ਐਂਡ ਮੈਂ ਤੁਹਾਨੂੰ ਦੱਸ ਰਹੀ ਸੀ ਅਸੀਂ ਉਹਦੇ ਬਿਨਾਂ ਕੁਝ ਵੀ ਨਹੀਂ ਆ, ਔਰ ਪ੍ਰਭੂ ਤੋਂ ਬਿਨਾਂ ਅਸੀਂ ਕੁਝ ਵੀ ਨਹੀਂ ਕਰ ਸਕਦੇ। ਹਾਲੇਲੂਇਆ। we can't do anything without him. ਅਸੀਂ ਪ੍ਰਭੂ ਤੋਂ ਬਿਨਾਂ ਕੁਝ ਵੀ ਨਹੀਂ ਕਰ ਸਕਦੇ। ਸੋ ਸਾਰਾ ਇੱਜ਼ਤ, ਮਹਿਮਾ, ਜਲਾਲ ਮੈਂ ਪ੍ਰਭੂ ਦੇ ਨਾਮ ਨੂੰ ਦੇਣੀ ਆ। ਹਾਲੇਲੂਇਆ। ਆਲਮੋਸਟ 5 ਮਿੰਟ ਰਹਿ ਗਏ ਨੇ। ਅਸੀਂ ਪ੍ਰਾਰਥਨਾ ਕਰਨ ਦੇ ਲਈ ਜਾ ਰਹੇ ਹਾਂ। ਓਕੇ, ਅਸੀਂ ਪ੍ਰਾਰਥਨਾ ਕਰਨ ਦੇ ਲਈ ਜਾ ਰਹੇ ਹਾਂ ਔਰ ਉਹਨਾਂ ਵਚਨਾਂ ਨੂੰ ਯਾਦ ਰੱਖਣਾ ਔਰ ਵੇਟ ਦੇ ਵਿੱਚ ਬਣੇ ਰਹਿਣਾ। ਵਰਤ ਤੋੜ ਨਾ ਲੈਣਾ। ਹੋ ਸਕਦਾ ਕੋਈ ਅਪਸ ਐਂਡ ਡਾਊਨਸ ਜਿਹੜੇ ਨੇ ਉਹ ਆ ਜਾਣ, ਪਰ ਵਰਤ ਜਿਹੜੇ ਉਹ ਤੋੜਨਾ ਨਾ।
ਕੋਸ਼ਿਸ਼ ਕਰੇਗਾ ਸ਼ੈਤਾਨ ਤੁਹਾਨੂੰ ਤੜਾਉਣ ਦੀ ਕਿ ਤੁਸੀਂ ਵਿੱਚੋਂ ਹੀ ਛੱਡ ਦਿਓ, ਪਰ ਵਚਨ ਨੂੰ ਯਾਦ ਰੱਖਣਾ, ਅਸੀਂ ਵੇਟ ਕਰਨੀ ਹੈ। ਆਮੈਨ। ਪ੍ਰਭੂ ਦੀ ਵੇਟ ਕਰਨੀ ਹੈ ਔਰ ਅਸੀਂ ਉਸ ਲੈਵਲ ਤੱਕ ਪਹੁੰਚਣਾ ਹੈ ਜੋ ਪ੍ਰਭੂ ਨੇ ਸਾਡੇ ਲਈ ਰੱਖਿਆ ਹੈ। ਓਕੇ, ਪ੍ਰਭੂ ਤੁਹਾਨੂੰ ਬਲ ਦੇਵੇ। ਮੈਂ ਪ੍ਰਾਰਥਨਾ ਵੀ ਕਰਾਂਗੀ, ਮੈਨੂੰ ਵੀ ਪ੍ਰਭੂ ਬਲ ਦੇਵੇ ਤਾਂ ਕਿ ਮੈਂ ਵਰਤਾਂ ਨੂੰ, ਤਾਂ ਕਿ ਮੈਂ ਜੋ ਪ੍ਰਭੂ ਦੇ ਨਾਲ ਬੰਨਿਆ ਉਹਨੂੰ ਪੂਰਾ ਕਰ ਸਕਾਂ। ਅੱਜ ਤੀਸਰੇ ਵਰਤ ਤੇ ਹੀ ਮੈਨੂੰ ਬਹੁਤ ਵੀਕਨੈਸ ਮਹਿਸੂਸ ਹੋ ਰਹੀ ਸੀ। ਮੈਂ ਤੁਹਾਨੂੰ ਦੱਸ ਰਹੀ ਹਾਂ ਸੱਚੀ ਗੱਲ ਆਪਣੀ। ਅੱਜ ਤੀਸਰੇ ਵਰਤ ਤੇ ਮੈਨੂੰ ਬਹੁਤ ਵੀਕਨੈਸ ਮਹਿਸੂਸ ਹੋ ਰਹੀ ਸੀ, ਪਰ ਮੈਂ ਕਿਹਾ ਪ੍ਰਭੂ ਮੈਂ ਇਹਨੂੰ ਪੂਰਾ ਕਰਨਾ, ਮੈਨੂੰ ਸਾਮਰਥ ਦੇਵੋ। ਪ੍ਰਭੂ ਨੇ ਮੈਨੂੰ ਸਾਮਰਥ ਦਿੱਤੀ। ਹਾਲੇਲੂਇਆ। और मैं खाना हजे हुण खाना है जाके सिर्फ चाय पीती सी और ਉਹਦੇ ਨਾਲ कुछ लिता सी थोड़ा जा। हजे मैं अपना खाना नहीं खादा होया, हुण खावांगी प्रार्थना तो बाद। हालेलुया। प्रभु तुहानू सारिਆਂ ਨੂੰ ब्लैस करे और जिन्ने जन तुसी बने हुए हो प्रभु तुहानू बहुत वधावे। और मैं कल तुहानू कहा सी कि मैं प्रार्थना करांगी तुहाडे लई। प्रभु तुहाडे नाल सपनिਆਂ ਦੇ ਦੁਆਰਾ ਗੱਲ करे कि तुसी मैनू दस सकते हो प्रभु ने तुहानू किसी नू ड्रीम के द्वारा गल की। तुसी कला ड्रीम लिखो जे तुहानू ड्रीम आए ने। हालेलुया। जे प्रभु ने तुहाडे नाल ड्रीम के द्वारा गल की है तो तुसी ड्रीम शब्द कला टाइप कर सकते हो, पूरा ड्रीम टाइप करने की जरूरत नहीं है। हालेलुया। और असी लास्ट प्रेयर करने के लिए जा रहे हैं। ओके, मी टू मॉम। ओके, तुहानू भी ड्रीम आए ने। गॉड ब्लैस यू। और मैं प्रार्थना करांगी जिन्हां नू नहीं आए उन्होंने अज प्रभु ड्रीम के द्वारा गल करे। हालेलुया। और नाइट प्रेयर करना ना भुलना। सुबह की प्रेयर भी जो तुसी नहीं कर रहे करना शुरू करो। आमैन। हालेलुया। जरूरी नहीं असी शाम को 7 to 8 ही प्रार्थना करनी है, असी सुबह भी प्रार्थना करनी है। आमैन। ओके जोशुआ, अभी यू गॉट ड्रीम। ओके, आई प्रेयड लास्ट नाइट फॉर यू टू। प्रभु तुहानू सारिਆਂ ਨੂੰ ब्लैस करे। तुसी ड्रीम्स देखो, विजन्स देखो, प्रभु तुहाडे नाल गल्लां करे क्योंकि प्रभु साडा जीवित परमेश्वर आ और वो गल्लां करदा साडे नाल। आमैन। हालेलुया। आइए सब जन अपनी अखां नू बंद करिए, सिर्फ 2 मिनट रह गए ने, आपां प्रार्थना करन दे लई जा रहे हैं। आमैन। हालेलुया। आमेन। गॉड ब्लैस यू। प्रभु तुहानू सारिਆਂ ਨੂੰ बहुत ब्लैस करे। मिलते हैं कल 7 to 8 बजे प्रार्थना दे विच। और प्रार्थना करना मेरे लिए भी प्रभु मैनू अपने वचन चो लीड करे, जो तुहानू चाहिदा है वो प्रभु मैनू सिखावे। आमेन। गॉड ब्लैस यू।